ਕਾਂਸ਼ੀ ਟੀਵੀ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜਗਦੀਸ਼ ਬੰਗਾ ਵੱਲੋਂ ਜੈ ਭੀਮ ਜੈ ਭਾਰਤ ਜੀ। ਅੱਜ ਦੇ ਵਿਚਾਰ ਚਰਚਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ। ਕਰੋਨਾ ਮਹਾਮਾਰੀ ਦੇ ਇਸ ਖਤਰਨਾਕ ਸਮੇਂ ਨੂੰ ਮੱਦੇਨਜ਼ਰ ਰੱਖਦਿਆਂ ਸਾਡੀ ਸਰਕਾਰ ਵੱਲੋਂ 21 ਦਿਨ ਦਾ ਲੋਕਡਾਊਨ ਦਾ ਆਦੇਸ਼ ਹੋਇਆ ਸੀਗਾ। ਸੋ ਜਿਸ ਕਰਕੇ ਸਾਡਾ ਜਿਹੜਾ ਸਿਸਟਮ ਹੈ ਉਹ ਪੂਰਾ ਹੀ ਉੱਥੇ ਖੜ੍ਹ ਗਿਆ। ਅਤੇ ਇਸ ਸਿਸਟਮ ਨੂੰ ਜਦੋਂ ਬਹੁਤ ਸਾਰੀ ਧਾਰਮਿਕ ਸੰਸਥਾਨਾਂ ਨੇ ਅਤੇ ਸਮਾਜਿਕ ਸੰਸਥਾਵਾਂ ਨੇ ਜਦੋਂ ਦੇਖਿਆ ਕਿ ਲੋਕਾਂ ਦਾ ਆਮ ਜੀਵਨ ਜਿਹੜਾ ਬਹੁਤ ਹੀ ਇਸ ਕਰਕੇ ਸਫਰ ਹੋ ਰਿਹਾ ਹੈ, ਤਾਂ ਉਹਨਾਂ ਨੇ ਅੱਗੇ ਆ ਕੇ ਆਪਣੇ ਵੱਲੋਂ ਚੰਗੇ ਉਪਰਾਲੇ ਕਰਨ ਦਾ ਯਤਨ ਕੀਤਾ। ਇੱਕ NGO ਜੋ ਕਿ ਪੰਜਾਬ ਭਰ ਵਿੱਚ ਬਹੁਤ ਹੀ ਉੱਘੀ ਅਤੇ ਸਿਰਮੌਰ ਸੰਸਥਾ ਹੈ, ਉਹਦਾ ਨਾਮ ਹੈ ਜੀ ਪੰਜਾਬ ਯੂਥ ਆਰਗੇਨਾਈਜੇਸ਼ਨ। ਸੋ ਉਹਦੇ ਅੱਜ ਫਾਊਂਡਰ ਅਤੇ ਪ੍ਰੈਜ਼ੀਡੈਂਟ ਜੋਗਿੰਦਰ ਸਿੰਘ ਜੋਗੀ ਜੀ ਸਾਡੇ ਪ੍ਰੋਗਰਾਮ 'ਤੇ ਅੱਜ ਆਏ ਹੋਏ ਨੇ ਅਤੇ ਉਹਨਾਂ ਨਾਲ ਅਸੀਂ ਅੱਜ ਵਿਚਾਰ ਵਟਾਂਦਰਾ ਕਰਾਂਗੇ ਇਸ ਮਹਾਮਾਰੀ ਦੇ ਖਤਰਨਾਕ ਸਮੇਂ ਦੇ ਵਿੱਚ ਉਹ ਕਿਸ ਤਰ੍ਹਾਂ ਆਪਣੇ ਉਪਰਾਲੇ ਕਰ ਰਹੇ ਨੇ। ਸੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਾਂਸ਼ੀ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਔਰ ਮੈਂ ਸਮਝਦਾ ਕਿ ਕਾਂਸ਼ੀ ਟੀਵੀ ਨੇ ਜਿਹੜਾ ਉਪਰਾਲਾ ਕੀਤਾ ਕਿ ਅੱਜ ਲੋਕਾਂ ਦੇ ਦੁੱਖਾਂ ਦਰਦਾਂ ਨੂੰ ਮੀਡੀਆ ਦੇ ਰਾਹੀਂ ਪੂਰੇ ਸੰਸਾਰ ਤੱਕ ਪਹੁੰਚਾਇਆ ਜਾਵੇ ਔਰ ਉਹਨਾਂ ਦੁਖੀ ਲੋਕਾਂ ਦੇ ਜ਼ਖਮਾਂ 'ਤੇ ਮਰਹਮ ਲਾਉਣ ਦਾ ਜਿਹੜਾ ਕੰਮ ਕਰ ਰਿਹਾ ਕਾਂਸ਼ੀ ਟੀਵੀ ਜਾਂ ਸਮੁੱਚਾ ਮੀਡੀਆ, ਮੈਂ ਸਮਝਦਾ ਕਿ ਇਹ ਸਮਾਂ ਕਿ ਆਪਾਂ ਨੂੰ ਸਾਰੀਆਂ ਗੱਲਾਂ ਨੂੰ ਭੁੱਲ ਕੇ ਸਿਰਫ ਅਤੇ ਸਿਰਫ ਮਾਨਵਤਾ ਵਾਸਤੇ, ਮਨੁੱਖਤਾ ਵਾਸਤੇ ਜੋ ਔਖੀ ਘੜੀ ਬਣੀ ਹੋਈ, ਜੋ ਔਖਾ ਸਮਾਂ ਬਣਿਆ, ਉਹਦੇ ਵਾਸਤੇ ਆਪਾਂ ਕੁਛ ਨਾ ਕੁਛ ਉਪਰਾਲੇ ਕਰ ਸਕੀਏ। ਅਤੇ ਕਰਫਿਊ ਲੋਕਡਾਊਨ ਜਿਹੜਾ ਕਿ ਪੰਜਾਬ ਦੇ ਵਿੱਚ ਅਤੇ ਪੂਰੇ ਭਾਰਤ ਵਿੱਚ ਚੱਲ ਰਿਹਾ, ਉਹਦੇ ਵਿੱਚ ਤੁਹਾਡੀ ਜਿਹੜੀ ਸੰਸਥਾ ਹੈ ਉਹਨੇ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਨੇ ਜਾਂ ਕਿਹੋ ਜਿਹੇ ਉਪਰਾਲੇ ਤੁਸੀਂ ਸ਼ੁਰੂ ਕੀਤੇ ਨੇ, ਉਹਨਾਂ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਜੀ। ਹਾਂਜੀ ਜਗਦੀਸ਼, ਸਭ ਤੋਂ ਪਹਿਲਾਂ ਤਾਂ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਦੇਸ਼ ਦੀ ਜਨਤਾ ਇੱਕਦਮ ਇਸ ਲੋਕਡਾਊਨ ਅਤੇ ਕਰਫਿਊ ਵਾਸਤੇ ਤਿਆਰ ਨਹੀਂ ਸੀ। ਬੇਸ਼ੱਕ ਸਰਕਾਰ ਦੇ ਉਪਰਾਲੇ ਆਪਣੀ ਜਗ੍ਹਾ ਬਿਲਕੁਲ ਵਾਜਬ ਹੈ, ਪਰ ਇਹ ਉਹ ਦੇਸ਼ ਹੈ ਜਿੱਥੇ 85% ਆਬਾਦੀ ਸਵੇਰ ਤੋਂ ਸ਼ਾਮ ਤੱਕ ਜੋ ਦਿਹਾੜੀ ਲਾਉਂਦੀ ਉਹੀ ਕਮਾਉਂਦੀ ਅਤੇ ਉਹੀ ਖਾਂਦੀ ਹੈ। ਔਰ ਇੱਕਦਮ ਕਰਫਿਊ ਅਤੇ ਲੋਕਡਾਊਨ ਨੇ ਲੋਕਾਂ ਦੇ ਘਰਾਂ ਦੀ ਹਾਲਤ ਖਸਤਾ ਕਰ ਦਿੱਤੀ ਔਰ 2-3 ਦਿਨਾਂ ਬਾਅਦ ਹਾਲਾਤ ਇਹ ਬਣ ਗਏ ਕਿ ਲੋਕਾਂ ਦੇ ਘਰਾਂ ਵਿੱਚ ਚੁੱਲ੍ਹਾ ਬਲਣਾ ਵੀ ਔਖਾ ਹੋ ਗਿਆ ਸੀਗਾ। ਔਰ ਉਸ ਸਥਿਤੀ ਨੂੰ ਦੇਖਦੇ ਅਸੀਂ ਆਪਣੀ ਜਥੇਬੰਦੀ ਵੱਲੋਂ, ਕਿਉਂਕਿ ਇਹ ਜਥੇਬੰਦੀ ਕੋਈ ਅੱਜ ਦੀ ਬਣੀ ਨਹੀਂ, 99 ਵਿੱਚ ਦੀ ਸਥਾਪਨਾ ਹੋਈ ਹੈ। ਕਾਰਗਿਲ, ਦਰਾਸ, ਗੁਜਰਾਤ, ਉੜੀਸਾ, ਬਹੁਤ ਸਾਰੇ ਥਾਵਾਂ 'ਤੇ ਰਾਸ਼ਟਰੀ ਪੱਧਰ 'ਤੇ ਸਾਨੂੰ ਸਮਾਜ ਸੇਵਾ ਦੇ ਖੇਤਰ 'ਚ ਕੰਮ ਕਰਨ ਦਾ ਮੌਕਾ ਮਿਲਿਆ। ਔਰ ਇਸ ਮਿਸ਼ਨ ਨੂੰ ਵੀ ਅਸੀਂ ਇੱਕ ਚੈਲੰਜ ਜੋ ਲਿਆ, ਆਪਣੀ ਜਥੇਬੰਦੀ ਦੇ ਸਾਥੀਆਂ ਨਾਲ ਸੰਪਰਕ ਕੀਤਾ ਔਰ ਅਸੀਂ ਪਹਿਲੇ ਦਿਨ ਤੋਂ ਹੀ ਇੱਕ ਮਿਸ਼ਨ ਆਰੰਭਿਆ ਕਿ ਆਮ ਤੌਰ 'ਤੇ ਜਿਵੇਂ ਜਥੇਬੰਦੀਆਂ ਚੱਲ ਪੈਂਦੀਆਂ ਕਿ ਚਲੋ ਆਪਾਂ ਲੰਗਰ ਲਾ ਦਈਏ ਜਾਂ ਇੱਕਦਮ ਰਾਸ਼ਨ ਵੰਡਣਾ ਸ਼ੁਰੂ ਕਰ ਦਈਏ। ਸਾਡੀ ਜਿਹੜੀ ਸ਼ੁਰੂਆਤ ਸੀ ਜਗਦੀਸ਼ ਜੀ, ਅਸੀਂ ਸ਼ੁਰੂਆਤ ਕੀਤੀ ਕਿ ਜਲੰਧਰ ਸ਼ਹਿਰ ਦੀ ਹਦੂਦ ਅੰਦਰ ਰਹਿੰਦੇ ਉਹ ਬਜ਼ੁਰਗ, ਉਹ ਵਿਧਵਾ ਔਰਤਾਂ, ਵਿਧਵਾ ਮਾਵਾਂ ਜਾਂ ਉਹ ਹੈਂਡੀਕੈਪ, ਲਾਚਾਰ, ਮਜਬੂਰ ਪਰਸਨ ਜਿਹੜੇ ਆਪਣਾ ਖਾਣਾ ਨਹੀਂ ਬਣਾ ਸਕਦੇ ਜਾਂ ਜਿਨ੍ਹਾਂ ਦੇ ਬੱਚੇ ਉਹਨਾਂ ਦੇ ਨਾਲ ਨਹੀਂ ਰਹਿ ਰਹੇ ਜਾਂ ਬੱਚਿਆਂ ਨੇ ਜਿਨ੍ਹਾਂ ਨੂੰ ਛੱਡ ਦਿੱਤਾ, ਅਸੀਂ ਉਹਨਾਂ ਤੱਕ ਪਹਿਲੇ ਦਿਨ ਤੋਂ ਡਿੱਬਾ ਬੰਦ ਟਿਫਨ ਦੀ ਸੇਵਾ ਸ਼ੁਰੂ ਕੀਤੀ ਕਿ ਸਵੇਰ, ਦੁਪਹਿਰ ਅਤੇ ਰਾਤ ਦਾ ਬਣਿਆ ਹੋਇਆ ਗਰਮ ਖਾਣਾ ਉਹਨਾਂ ਦੇ ਘਰਾਂ ਤੱਕ ਅਸੀਂ ਪਹੁੰਚਾਇਆ। ਨਾਲ ਦੀ ਨਾਲ ਅਸੀਂ ਮਹਿਸੂਸ ਕੀਤਾ ਕਿ ਬਹੁਤ ਸਾਰੇ ਲੋਕ ਜਿਹੜੇ ਹੈ ਉਹਨਾਂ ਨੂੰ ਰਾਸ਼ਨ ਦੀ ਵੀ ਲੋੜ ਹੈ, ਪਰ ਅਸੀਂ ਆਪਣੀ ਜਥੇਬੰਦੀ ਦੇ ਇਸ ਕੰਮ ਨੂੰ ਬੜੀ ਪਾਰਦਰਸ਼ੀ ਢੰਗ ਨਾਲ ਚਲਾਇਆ। ਆਪਣੇ ਦੋਸਤਾਂ ਮਿੱਤਰਾਂ ਨੂੰ ਸੱਦਾ ਦਿੱਤਾ ਇਸ ਚੀਜ਼ ਦਾ, ਚਾਹੇ ਉਹ ਪ੍ਰਦੇਸ਼ਾਂ 'ਚ ਰਹਿੰਦੇ ਆ, ਚਾਹੇ ਇੰਡੀਆ 'ਚ ਰਹਿੰਦੇ ਆ, ਔਰ ਉਹਨਾਂ ਵੱਲੋਂ ਇੱਕ ਬਹੁਤ ਭਰਵਾਂ ਜਦੋਂ ਸਾਨੂੰ ਹੁੰਗਾਰਾ ਮਿਲਿਆ ਅਤੇ ਅਸੀਂ ਇਹਨੂੰ ਇੱਕ ਪਾਰਦਰਸ਼ੀ ਢੰਗ ਨਾਲ ਸ਼ੁਰੂ ਕੀਤਾ ਕਿ ਪਹਿਲੇ ਦਿਨ ਅਸੀਂ ਲੋਕਾਂ ਤੋਂ ਜ਼ਰੂਰ ਇਹ ਮੰਗਿਆ ਕਿ ਸਾਨੂੰ ਦੱਸੋ ਕਿਹੜੇ ਕਿਹੜੇ ਪਰਿਵਾਰ ਨੂੰ ਜ਼ਰੂਰਤ ਹੈ। ਔਰ 2 ਦਿਨ ਸਾਡੀਆਂ ਜਥੇਬੰਦੀ ਦੇ ਮੈਂਬਰਾਂ ਨੇ ਆਪਣੇ ਤੌਰ 'ਤੇ ਸਰਵੇ ਕਰਕੇ ਜਿਹੜੇ ਲੋਕ ਡਿਜ਼ਰਵ ਕਰਦੇ ਸੀ ਉਹਨਾਂ ਲੋਕਾਂ ਦੇ ਘਰਾਂ ਤੱਕ 15 ਦਿਨ ਦਾ, 20 ਦਿਨ ਦਾ, ਮਹੀਨੇ ਦਾ ਰਾਸ਼ਨ ਜਿਹੜਾ ਅਸੀਂ ਪ੍ਰੋਵਾਈਡ ਕਰਾਇਆ, ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ, ਸਾਰੇ ਸਾਥੀਆਂ ਦੇ ਸਹਿਯੋਗ ਨਾਲ। ਔਰ ਅੱਜ ਦੀ ਤਰੀਕ ਤੱਕ, ਅੱਜ 13ਵਾਂ ਦਿਨ ਆ ਸਾਨੂੰ ਇਹ ਸੇਵਾ ਕਰਦੇ ਹੋਏ। ਔਰ ਇਹ ਵੀ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਜਦੋਂ ਤੱਕ ਲੋਕਡਾਊਨ ਅਤੇ ਕਰਫਿਊ ਦੇ ਇਹ ਮੰਦੇ ਹਾਲਾਤ ਸਾਡੇ ਸਮਾਜ ਦੇ ਹੈ, ਅਸੀਂ ਇਹਨਾਂ ਹਾਲਾਤਾਂ ਵਿੱਚ ਉਹਨਾਂ ਲੋਕਾਂ ਦੇ ਨਾਲ ਖੜ੍ਹੇ ਹਾਂ। ਜੋ ਤਿਲ ਫੁੱਲ ਸਾਡੀ ਸੇਵਾ ਬਣਦੀ ਹੈ, ਅਸੀਂ ਕੋਸ਼ਿਸ਼ ਕਰਾਂਗੇ ਕਿਸੇ ਦੇ ਘਰ ਦਾ ਚੁੱਲ੍ਹਾ ਬੁੱਝਣ ਨਾ ਜੀ ਉਹਨਾਂ ਦਿਨਾਂ ਵਿੱਚ, ਔਰ ਕਿਸੇ ਵੀ ਇਨਸਾਨ ਨੂੰ ਜਿਹੜਾ ਸਾਡੇ ਨੇੜੇ ਤੇੜੇ ਰਹਿੰਦਾ, ਜਿਹਦੀ ਪਹੁੰਚ ਸਾਡੇ ਤੱਕ ਹੋ ਜਾਂਦੀ ਹੈ, ਉਹਨੂੰ ਭੁੱਖਾ ਨਾ ਸੌਣ ਦਈਏ। ਅਤੇ ਜਿਵੇਂ ਕਿ ਕਰਫਿਊ ਲੱਗਾ ਹੋਇਆ ਹੈ ਪੰਜਾਬ ਦੇ ਵਿੱਚ ਹੀ, ਅਤੇ ਲੋਕਾਂ ਨੂੰ ਬਾਹਰ ਨਹੀਂ ਨਿਕਲਣ ਜਾਣ ਦੇ ਰਿਹਾ, ਅਤੇ ਤੁਸੀਂ ਉਸ ਨੂੰ ਕਿਸ ਤਰ੍ਹਾਂ ਟੈਕਲ ਕਰ ਰਹੇ ਹੋ, ਜਾਂ ਤੁਹਾਡੇ ਜਿਹੜੇ ਵਲੰਟੀਅਰ ਨੇ ਉਹ ਕਿਸ ਤਰ੍ਹਾਂ ਅੱਗੇ ਵੱਧ ਕੇ ਹੋਰ ਮੁਹੱਲਿਆਂ ਦੇ ਵਿੱਚ, ਗਲੀਆਂ ਦੇ ਵਿੱਚ ਜਾ ਕੇ ਕਿਸ ਤਰ੍ਹਾਂ ਉਹ ਰਾਸ਼ਨ ਨੂੰ ਜਾਂ ਜਿਹੜਾ ਖਾਣਾ ਹੈ ਉਹਨੂੰ ਕਿਸ ਤਰ੍ਹਾਂ ਵਿਤਰਨ ਕਰ ਰਹੇ ਨੇ? ਜਗਦੀਸ਼ ਜੀ, ਸਭ ਤੋਂ ਪਹਿਲੀ ਗੱਲ ਇਹ ਹੈ ਕਿ ਸਾਡੀ ਜ਼ਿੰਦਗੀ ਜਾਂ ਸਾਡੀਆਂ ਪਹਿਲੀਆਂ ਲੰਘ ਚੁੱਕੀਆਂ 2 ਜਾਂ 3 ਪੀੜ੍ਹੀਆਂ ਦੀ ਜ਼ਿੰਦਗੀ 'ਚ ਕਦੀ ਇਸ ਤਰ੍ਹਾਂ ਦਾ ਸਮਾਂ ਨਹੀਂ ਸੀ ਆਇਆ। ਮਨੁੱਖਤਾ ਦੇ ਸਾਹਮਣੇ ਐਡਾ ਵੱਡਾ ਚੈਲੰਜ
ਕਿ ਲੋਕਾਂ ਦੀਆਂ ਕੋਠੀਆਂ, ਗੱਡੀਆਂ, ਮੋਟਰਾਂ, ਬੈਂਕ ਬੈਲੈਂਸ, ਸੋਨਾ, ਹੀਰੇ ਜਵਾਹਰਾਤ ਅੱਜ ਪਏ ਬਿਲਕੁਲ ਬੇਮਾਇਨੇ ਹੋ ਗਏ। ਅੱਜ ਗੱਲ ਹੀ ਤੁਰਦੀ ਹੈ ਤੇ ਸਿਰਫ ਭੁੱਖ ਦੀ ਗੱਲ ਤੁਰਦੀ ਹੈ, ਰੋਟੀ ਦੀ ਗੱਲ ਤੁਰਦੀ ਹੈ। ਔਰ ਜਿਸ ਦੇ ਕੋਲ ਅੱਜ ਰੋਟੀ ਨਹੀਂ ਖਾਣ ਨੂੰ, ਮੈਂ ਸਮਝਦਾ ਉਹਨੂੰ ਹੀ ਗਰੀਬ ਕਿਹਾ ਜਾ ਸਕਦਾ, ਚਾਹੇ ਉਹਦਾ ਪੱਕਾ ਮਕਾਨ ਹੈ, ਚਾਹੇ ਲੈਂਟਰ ਵਾਲੇ ਘਰ ਵਿੱਚ ਰਹਿ ਰਿਹਾ। ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਦੇਸ਼ ਦੀ 80-85% ਦੀ ਆਬਾਦੀ ਉਹ ਆਬਾਦੀ ਹੈ ਕਿ ਜਿਹਦੇ ਕੋਲ ਇੰਨੀ ਹਿੰਮਤ ਨਹੀਂ ਕਿ ਮਹੀਨੇ 2 ਮਹੀਨੇ ਦਾ ਰਾਸ਼ਨ ਆਪਣੇ ਘਰੇ ਸਟੋਰ ਕਰ ਸਕੇ। ਸੋ ਜਦੋਂ ਉਹਨਾਂ ਲੋਕਾਂ ਨੂੰ ਇਹ ਪ੍ਰੋਬਲਮ ਆਈ ਅਤੇ ਜਦੋਂ ਅਸੀਂ ਇਸ ਮਿਸ਼ਨ ਨੂੰ ਲੈ ਕੇ ਚੱਲੇ ਹਾਂ, ਮੈਂ ਧੰਨਵਾਦ ਕਰਾਂਗਾ ਜਲੰਧਰ ਪ੍ਰਸ਼ਾਸਨ ਦਾ, DC ਸਾਹਿਬ ਦਾ, ਕਮਿਸ਼ਨਰ ਪੁਲਿਸ ਸਾਹਿਬ ਦਾ, ਕਿ ਉਹਨਾਂ ਨੇ ਸਾਡੀਆਂ ਜਥੇਬੰਦੀਆਂ ਜਿੰਨੀਆਂ ਵੀ ਕੰਮ ਕਰ ਰਹੀਆਂ ਉਹਨਾਂ ਨੂੰ ਬੜਾ ਵੱਡਾ ਸਹਿਯੋਗ ਦਿੱਤਾ। ਅਤੇ ਮੈਨੂੰ ਇਸ ਗੱਲ ਦੀ ਵੀ ਬੜੀ ਤਸੱਲੀ ਆ, ਬੜਾ ਸਕੂਨ ਹੈ ਕਿ ਇਸ ਔਖੀ ਘੜੀ ਦੇ ਵਿੱਚ ਜਲੰਧਰ ਸ਼ਹਿਰ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ, ਈਵਨ ਧਾਰਮਿਕ ਡੇਰੇ ਜਿਨ੍ਹਾਂ ਦੀ ਕਈ ਵਾਰ ਲੋਕ ਆਲੋਚਨਾ ਕਰ ਦਿੰਦੇ ਆ, ਅੱਜ ਉਹ ਧਾਰਮਿਕ ਡੇਰਿਆਂ ਨੇ ਆਪਣੀ ਜਿਹੜੀ ਪ੍ਰਥਾ ਸੀਗੀ ਉਹ ਲੋਕਾਂ ਦੇ ਵਿੱਚ ਸਾਹਮਣੇ ਰੱਖੀ ਹੈ ਕਿ ਸਾਡੇ ਡੇਰਿਆਂ ਦੇ ਵਿੱਚ ਜਿਹੜੇ ਹਾਲ ਹੈ, ਜਿਹੜੀਆਂ ਸਾਡੀਆਂ ਥਾਵਾਂ, ਪ੍ਰਿੰਸਿਸ ਆ, ਉਹਨਾਂ ਨੂੰ ਤੁਸੀਂ ਹਰ ਤਰੀਕੇ ਨਾਲ ਵਰਤ ਸਕਦੇ ਹੋ। ਔਰ ਬਹੁਤ ਸਾਰੇ ਡੇਰਿਆਂ ਵਿੱਚੋਂ ਰੋਜ਼ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਦਾ ਸਵੇਰ ਦਾ, ਰਾਤ ਦਾ, ਦੁਪਹਿਰ ਦਾ ਖਾਣਾ ਤਿਆਰ ਹੋ ਕੇ ਜਾ ਰਿਹਾ। ਸੋ ਮੈਂ ਸਮਝਦਾ ਉੱਥੇ ਆ ਕੇ ਸਾਨੂੰ ਸਾਰੀਆਂ ਗੱਲਾਂ ਪਿੱਛੇ ਛੱਡ ਦੇਣੀਆਂ ਚਾਹੀਦੀਆਂ। ਪਾਰਟੀ ਕਿਹੜੀ ਹੈ, ਕਿਹਦਾ ਧਰਮ ਕਿਹੜਾ, ਕਿਹਦੀ ਜਾਤ ਮਜ਼ਹਬ, ਅਮੀਰ ਕੌਣ ਹੈ, ਗਰੀਬ ਕੌਣ ਹੈ, ਅੱਜ ਲੋੜ ਹੈ ਉਹਨਾਂ ਲੋਕਾਂ ਤੱਕ ਸਹੀ ਰਾਹਤ ਪਹੁੰਚੇ ਜਿਨ੍ਹਾਂ ਨੂੰ ਲੋੜ ਹੈ, ਜਿਨ੍ਹਾਂ ਦੇ ਘਰਾਂ 'ਚ ਛੋਟੇ ਛੋਟੇ ਬੱਚੇ ਵਿਲਕਦੇ ਪਏ ਆ। ਔਰ ਖ਼ਾਸ ਤੌਰ 'ਤੇ ਮੈਂ ਇਹ ਵੀ ਬੇਨਤੀ ਕਰਦੇ ਹਾਂ ਕਿ ਆਮ ਤੌਰ 'ਤੇ ਲੋਕਾਂ ਦਾ ਇਹ ਝੁਕਾਅ ਹੁੰਦਾ ਵੀ ਚਲੋ ਝੁੱਗੀ ਝੌਂਪੜੀ ਵਾਲੇ ਨੂੰ ਚੱਲੀਏ, ਮੈਂ ਮੰਨਦਾ ਜਾਣਾ ਚਾਹੀਦਾ, ਪਰ ਦੋਸਤੋ ਐਸੀਆਂ ਵੀ ਗੱਲਾਂ ਅਸੀਂ ਦੇਖੀਆਂ ਕਿ ਕਈ ਝੁੱਗੀਆਂ ਦੇ ਵਿੱਚ 10-10 ਜਥੇਬੰਦੀਆਂ ਗਈਆਂ, ਉਹਨਾਂ ਸਾਰਿਆਂ ਤੋਂ ਰਾਸ਼ਨ ਲੈ ਲਿਆ, ਉੱਥੇ ਸਟਾਕ ਕਰ ਲਿਆ, ਉਹਨੂੰ ਵੇਚਣ ਦੀ ਵੀ ਕੋਸ਼ਿਸ਼ ਕੀਤੀ ਹੈ। ਸੋ ਇਹ ਵੀ ਦੇਖੋ ਕਿ ਜ਼ਰੂਰੀ ਨਹੀਂ ਕਿ ਇਕੱਲਾ ਝੁੱਗੀ ਵਾਲਾ ਜਾਂ ਕੋਈ ਹੋਰ ਪੱਕੇ ਘਰ ਵਾਲਾ ਵੀ ਅੱਜ ਲੋੜਵੰਦ ਹੋ ਸਕਦਾ। ਬਹੁਤ ਸਾਰੇ ਹਜ਼ਾਰਾਂ ਲੋਕ ਹੈ ਜਿਨ੍ਹਾਂ ਨੇ ਕਰਜ਼ੇ ਲੈ ਕੇ ਘਰ ਬਣਾਏ 2-4-5 ਮਰਲੇ ਦੇ ਵਿੱਚ। ਅੱਜ ਉਹਨਾਂ ਲੋਕਾਂ ਦੇ ਸਿਰਾਂ 'ਤੇ ਜਿੱਥੇ ਬੈਂਕਾਂ ਦੇ ਕਰਜ਼ੇ ਖੜੇ ਆ, ਬੱਚਿਆਂ ਦੀਆਂ ਫੀਸਾਂ ਖੜੀਆਂ, ਅੱਜ ਉਹਨਾਂ ਦੇ ਘਰਾਂ ਵਿੱਚ ਵੀ ਖਾਣਾ ਦਰਕਾਰ ਨਹੀਂ। ਸੋ ਕੋਸ਼ਿਸ਼ ਕਰੀਏ ਕਿ ਵਾਕਈ ਹੀ ਜਿਹੜੇ ਜ਼ਰੂਰਤਮੰਦ ਲੋਕ ਹੈ ਜਿਨ੍ਹਾਂ ਨੂੰ ਜ਼ਰੂਰਤ ਹੈ ਅੱਜ ਉਹਨਾਂ ਤੱਕ ਖਾਣਾ ਪਹੁੰਚਾਈਏ। ਔਰ ਸਾਡੀ ਜਥੇਬੰਦੀ, ਅਸੀਂ ਪਹਿਲੇ ਦਿਨ ਤੋਂ ਜਦੋਂ ਕੰਮ ਨੂੰ ਲੈ ਕੇ ਚੱਲੇ ਇਸ ਮਿਸ਼ਨ ਨੂੰ, ਅਸੀਂ ਕੋਈ ਬਹੁਤ ਜ਼ਿਆਦਾ ਸਪੀਡ ਨਾਲ ਨਹੀਂ ਚੱਲੇ, ਬੜੇ ਸਲੋ ਸਪੀਡ ਦੇ ਨਾਲ, ਬੜਾ ਸੋਚ ਕੇ ਵਿਚਾਰ ਕੇ, ਬੜੇ ਸਬਰ ਔਰ ਤਹਮਲ ਦੇ ਨਾਲ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਿਰਫ ਤੇ ਸਿਰਫ ਉਹਨਾਂ ਲੋਕਾਂ ਤੱਕ ਹੀ ਇਹ ਰਾਹਤ ਪਹੁੰਚੇ ਜਿਨ੍ਹਾਂ ਲੋਕਾਂ ਨੂੰ ਵਾਕਈ ਹੀ ਜ਼ਰੂਰਤ ਹੈ। ਔਰ ਮੇਰਾ ਇਹ ਮੰਨਣਾ ਕਿ ਅੱਜ ਜਿਹਦੇ ਘਰ ਵਿੱਚ 7 ਦਿਨ ਦਾ ਵੀ ਰਾਸ਼ਨ ਹੈ ਉਹ ਸਾਡੇ ਮੁਤਾਬਕ ਡਿਜ਼ਰਵ ਅਜੇ ਨਹੀਂ ਕਰਦਾ। ਅੱਜ ਲੋੜ ਹੈ ਉਸ ਇਨਸਾਨ ਨੂੰ ਜਿਹਦੇ ਘਰ ਅੱਜ ਦਾ ਵੀ ਰਾਸ਼ਨ ਮੁੱਕ ਗਿਆ ਜਾਂ ਰਾਤ ਪੈਂਦੀ ਤੱਕ ਉਹਦਾ ਰਾਸ਼ਨ ਮੁੱਕ ਜਾਣਾ, ਅਤੇ ਅਗਲੇ ਸਵੇਰ ਉਹਨੂੰ ਚਿੰਤਾ ਕਿ ਨਾ ਤਾਂ ਮੈਨੂੰ ਕੋਈ ਉਧਾਰ ਦੇਵੇਗਾ, ਨਾ ਮੇਰੀ ਜੇਬ 'ਚ ਪੈਸੇ ਆ, ਅਤੇ ਨਾ ਮੇਰੇ ਕਿਸੇ ਰਿਸ਼ਤੇਦਾਰ ਨੇ ਮਦਦ ਕਰਨੀ। ਕਿਉਂਕਿ ਇਹ ਇੱਕ ਬਿਮਾਰੀ ਐਸੀ ਹੈ। ਲੋਕਾਂ ਨੇ ਕਰਫਿਊ ਪਿਛਲੇ ਸਮੇਂ 'ਚ ਜ਼ਰੂਰ ਦੇਖੇ ਹੋਣਗੇ, ਖਾੜਕੂਵਾਦ ਦੇ ਦੌਰਾਨ ਵੀ, ਪਰ ਘੱਟੋ ਘੱਟ ਲੋਕ ਇੱਕ ਦੂਜੇ ਦੇ ਕੋਲ ਬਹਿੰਦੇ ਸੀ, ਮਦਦ ਕਰਦੇ ਸੀ। ਪਰ ਇਹ ਸਮਾਂ ਐਸਾ, ਗੁਆਂਢੀ ਵੀ ਗੁਆਂਢੀ ਦੇ ਨੇੜੇ ਖਲੋਣ ਤੋਂ ਡਰਦਾ ਕਿ ਕੋਈ ਲਾਗ ਜਾਂ ਬਿਮਾਰੀ ਮੈਨੂੰ ਨਾ ਲੱਗ ਜਾਵੇ। ਔਰ ਇਸ ਹਾਲਾਤਾਂ ਵਿੱਚ ਮੈਂ ਸਮਝਦਾ ਕਈ ਜਗ੍ਹਾ ਮੀਡੀਆ ਨੇ ਵੀ ਲੋਕਾਂ 'ਚ ਇੰਨੀ ਦਹਿਸ਼ਤ ਫੈਲਾ ਦਿੱਤੀ ਹੈ ਕਿ ਲੋਕ ਕਿਸੇ ਦੇ ਕੰਮ ਆ ਕੇ ਰਾਜੀ ਨਹੀਂ ਜਾਂ ਡਰਦੇ ਆ। ਬਹੁਤ ਵੱਡੇ ਲੋਕਾਂ ਨੇ, ਖਾਸ ਤੌਰ 'ਤੇ ਅਮੀਰ ਲੋਕਾਂ ਨੇ ਆਪਣੇ ਆਪ ਨੂੰ ਘਰਾਂ ਦੇ ਵਿੱਚ ਬੰਦ ਕਰ ਲਿਆ। ਇੱਥੋਂ ਤੱਕ ਕਿ ਜਿਹੜੇ ਘਰਾਂ 'ਚ ਕੰਮ ਕਰਨ ਵਾਲੇ ਨੌਕਰ ਅਤੇ ਨੌਕਰਾਣੀਆਂ, ਉਹਨਾਂ ਨੂੰ ਵੀ ਕੰਮਾਂ ਤੋਂ ਫਿਲਹਾਲ ਦੀ ਘੜੀ ਜਵਾਬ ਦੇ ਦਿੱਤਾ। ਅਤੇ ਕਈ ਵਾਰ ਮੈਨੂੰ ਬੰਗਾ ਜੀ ਇਹ ਵੀ ਸੋਚ ਕੇ ਬੜੀ ਹੈਰਾਨੀ ਆਉਂਦੀ ਹੈ ਕਿ 5-7 ਕਰੋੜ ਦੀ ਕੋਠੀ 'ਚ ਰਹਿਣ ਵਾਲਾ ਅਮੀਰ ਬੰਦਾ ਵੀ ਫੋਨ ਕਰਕੇ ਸਾਡੀ ਜਥੇਬੰਦੀ ਦੇ ਜਿਹੜਾ ਹੈਲਪਲਾਈਨ ਨੰਬਰ ਅਸੀਂ ਦਿੱਤਾ 9815417421, ਉਹਦੇ ਉੱਤੇ ਸਾਨੂੰ ਫੋਨ ਕਰਦਾ ਕਿ ਮੇਰੇ ਘਰ ਦੀ ਨੌਕਰਾਣੀ ਜਿਹੜੀ ਹੈ ਫਲਾਣੇ ਇਲਾਕੇ 'ਚ ਰਹਿੰਦੀ ਹੈ, ਉਹਨੂੰ ਤੁਸੀਂ ਰਾਸ਼ਨ ਪਹੁੰਚਾ ਦਿਓ। ਅਤੇ ਬੜਾ ਵਿਚਾਰ ਦਾ ਵਿਸ਼ਾ ਕਿ ਇੱਕ ਕਰੋੜਾਂਪਤੀ ਬੰਦਾ ਜਿਹਦੇ ਕੋਲ ਬੜੇ ਵੱਡੇ ਸਾਧਨ ਹੈ, ਉਹ ਬੜਾ ਕੁਛ ਕਰ ਸਕਦਾ, ਪਰ ਉਹ ਵੀ ਜਥੇਬੰਦੀਆਂ ਵੱਲ ਨੂੰ ਝਾਕ ਰੱਖਦਾ ਕਿ ਸਾਡੇ ਨੌਕਰ ਜਾਂ ਨੌਕਰਾਨੀ ਤੱਕ ਪਹੁੰਚਾ ਦਿੱਤਾ ਜਾਵੇ। ਸੋ ਇਹਨਾਂ ਗੱਲਾਂ 'ਤੇ ਵਿਚਾਰ ਕਰਨਾ ਬਣਦਾ ਕਿ ਮਦਦ ਉਹਦੀ ਹੋਵੇ ਜਿਹਦਾ ਹੱਕ ਬਣਦਾ, ਔਰ ਉਹਨੂੰ ਅਸੀਂ ਮੁੱਖ ਰੱਖ ਕੇ ਚੱਲ ਰਹੇ ਹਾਂ। ਸਾਡੇ ਸਾਹਮਣੇ ਇਸ ਵੇਲੇ ਕੋਈ ਅਮੀਰੀ ਗਰੀਬੀ ਦੀ ਗੱਲ ਨਹੀਂ, ਕੋਈ ਜਾਤ ਪਾਤ, ਕੋਈ ਮਜ਼ਹਬ ਧਰਮ ਦੀ ਗੱਲ ਨਹੀਂ, ਕੋਈ ਇਲਾਕੇ ਦੀ ਗੱਲ ਨਹੀਂ, ਕੋਈ ਵਾਰਡ ਜਾਂ ਕੋਈ ਹਲਕੇ ਦੀ ਗੱਲ ਨਹੀਂ। ਸਾਡੇ ਸਾਹਮਣੇ ਤਾਂ ਉਸ ਮਜਬੂਰ ਇਨਸਾਨ ਦੀ ਗੱਲ ਹੈ ਕਿ ਜਿਹਨੂੰ ਅੱਜ ਰੋਟੀ ਦੀ ਲੋੜ ਹੈ। ਔਰ ਤੁਸੀਂ ਯਕੀਨ ਮੰਨੋਗੇ ਕਿ ਇਸ ਮਿਸ਼ਨ ਦੇ ਚੱਲਦਿਆਂ ਮੈਂ ਆਪਣੇ ਵੀ ਕਈ, ਚਾਹੇ ਮੇਰੇ ਵਾਕਫ ਜਾਂ ਮੇਰੇ ਕੋਈ ਰਿਸ਼ਤੇਦਾਰੀ ਵਿੱਚੋਂ ਵੀ ਮੈਂ ਲੋਕ ਨਾਰਾਜ਼ ਕਰ ਲਏ, ਕਿਉਂਕਿ ਮੇਰੀ ਇਹ ਕੋਸ਼ਿਸ਼ ਹੈ ਪਹਿਲੇ ਦਿਨ ਤੋਂ ਵੰਡ ਹੋਵੇ ਅਤੇ ਪਾਰਦਰਸ਼ੀ ਢੰਗ ਨਾਲ ਹੋਵੇ, ਵੰਡ ਹੋਵੇ ਅਤੇ ਲੋੜਵੰਦ ਬੰਦੇ ਤੱਕ ਹੋਵੇ, ਕਿ ਨਾ ਕਿ ਉਹ ਬੰਦਾ ਕਿ ਜਿਹੜਾ ਮੈਨੂੰ ਜਾਣਦਾ ਅਤੇ ਮੈਂ ਉਦੋਂ ਤੱਕ ਰਾਸ਼ਨ ਦੇਣਾ। ਸੋ ਇਹਨਾਂ ਗੱਲਾਂ ਨੂੰ ਅਸੀਂ ਲੈ ਕੇ ਚੱਲੇ ਹਾਂ, ਔਰ ਕੋਸ਼ਿਸ਼ ਹੈ ਕਿ ਜਦੋਂ ਤੱਕ ਇਹ ਸਮੱਸਿਆ ਚੱਲੇ ਅਸੀਂ ਇਹਨੂੰ ਕਿਤੇ ਨਾ ਕਿਤੇ ਲੋਕਾਂ ਦੀ ਜਿਹੜੀ ਦੁੱਖ ਦਰਦ ਉਹਨੂੰ ਥੋੜ੍ਹਾ ਬਹੁਤ ਬਣਾਉਣ ਦੀ ਕੋਸ਼ਿਸ਼ ਕਰੀਏ। ਮੈਂ ਇਹ ਗੱਲ ਤੁਹਾਡੇ ਤੋਂ ਜਾਣਨੀ ਚਾਹੁੰਦਾ ਕਿ ਤੁਹਾਡੀ ਟੀਮ ਕਾਫੀ ਵੱਡੀ ਹੈ, ਤੁਸੀਂ ਦੱਸਿਆ ਵਲੰਟੀਅਰਸ ਕਾਫੀ ਨੇ ਤੁਹਾਡੇ,
ਪਰ ਤੁਸੀਂ ਉਹਨਾਂ ਸਾਰਿਆਂ ਨੂੰ ਮੈਨੇਜ ਕਿਸ ਤਰ੍ਹਾਂ ਕਰ ਰਹੇ ਹੋ, ਜਾਂ ਕਿਹਦੀਆਂ ਡਿਊਟੀਆਂ ਕਿੱਥੇ ਲਾਉਣੀਆਂ, ਹਰ ਰੋਜ਼ ਦਾ ਨਵਾਂ ਸ਼ਡਿਊਲ ਬਣਦਾ ਹੈ ਜਾਂ ਕਿਹੜੇ ਇਲਾਕੇ ਵਿੱਚ ਜਾਣਾ, ਉਹ ਕਿਸ ਤਰ੍ਹਾਂ ਤੁਸੀਂ ਫਾਈਨਲਾਈਜ਼ ਕਰਦੇ ਹੋ ਹਰ ਰੋਜ਼? ਜਗਦੀਸ਼ ਜੀ, ਸਭ ਤੋਂ ਪਹਿਲਾਂ ਤਾਂ ਸਾਨੂੰ ਇਸ ਗੱਲ ਦੀ ਬੜੀ ਸਹੂਲਤ ਇਹ ਮਿਲੀ ਕਿ ਜਲੰਧਰ ਦੇ ਕਮ ਸੇ ਕਮ ਘੱਟੋ ਘੱਟ 250-300 ਕਲੋਨੀਆਂ 'ਚ ਸਾਡਾ ਆਪਣਾ ਮੈਂਬਰ ਬੈਠਾ, ਔਰ 1200 ਦੇ ਕਰੀਬ ਪਰਿਵਾਰ ਸਾਡੀ ਜਥੇਬੰਦੀ ਨਾਲ ਜਲੰਧਰ, ਇਕੱਲੇ ਜਲੰਧਰ ਸ਼ਹਿਰ ਵਿੱਚ ਜੁੜੇ ਹੋਏ ਆ। ਜਦੋਂ ਕਿਸੇ ਲੋੜਵੰਦ ਵਿਅਕਤੀ ਦੀ ਸਾਡੇ ਤੱਕ ਸੂਚਨਾ ਆਉਂਦੀ ਹੈ ਤਾਂ ਅਸੀਂ ਆਪਣੇ ਮੈਂਬਰ ਦੀ ਡਿਊਟੀ ਲਗਾਉਂਦੇ ਹਾਂ ਕਿ ਤੁਸੀਂ ਜਾ ਕੇ ਗਰਾਊਂਡ ਲੈਵਲ 'ਤੇ ਪਤਾ ਕਰੋ, ਫਿਜ਼ੀਕਲੀ ਜਾਓ ਔਰ ਪਤਾ ਕਰੋ ਕਿ ਸਾਡੇ ਤੋਂ ਪਹਿਲਾਂ ਕੋਈ ਹੋਰ ਜਥੇਬੰਦੀ ਜਾਂ ਪ੍ਰਸ਼ਾਸਨ ਨੇ ਉਹਨਾਂ ਨੂੰ ਕੋਈ ਰਾਹਤ ਦਿੱਤੀ ਹੈ। ਜੇ ਦਿੱਤੀ ਹੋਈ ਹੈ ਤੇ ਸਾਡੀ ਇਹ ਸੋਚ ਹੈ ਕਿ ਉਹ ਉਸ ਮਦਦ ਦਾ ਫਿਲਹਾਲ ਹੱਕਦਾਰ ਨਹੀਂ। ਜੇ ਕੋਈ ਨਹੀਂ ਪਹੁੰਚਿਆ ਤੇ ਉਹ ਜਿਹੜੀ ਮਦਦ ਉਹਨਾਂ ਤੱਕ ਪਹੁੰਚਾਉਣ ਲਈ ਸਾਡੀ ਜਥੇਬੰਦੀ ਦੇ ਮੈਂਬਰ ਖੁਦ ਅਸੀਂ ਪਹੁੰਚ ਕਰਦੇ ਹਾਂ। ਇਲਾਕੇ ਦੇ 1-2 ਮੁਅੱਜ਼ਜ਼ ਬੰਦਿਆਂ ਨੂੰ ਨਾਲ ਲੈ ਕੇ ਉਹਨਾਂ ਨੂੰ ਦੇ ਕੇ ਆਉਂਦੇ ਹਾਂ, ਔਰ ਖ਼ਾਸ ਤੌਰ 'ਤੇ ਜਿਹਨੂੰ ਵੀ ਮਦਦ ਦੇ ਰਹੇ ਹਾਂ, ਮੈਂ ਇੱਕ ਜ਼ਰੂਰ ਇੱਥੇ ਗੱਲ ਕਲੀਅਰ ਕਰਦੇ ਹਾਂ ਕਿ ਕਈ ਲੋਕਾਂ ਨੂੰ ਆਦਤ ਹੁੰਦੀ ਹੈ ਆਲੋਚਨਾ ਕਰਨ ਦੀ ਕਿ ਰਾਸ਼ਨ ਜਾਂ ਰਾਹਤ ਦਿੰਦੇ ਹੋਏ ਫੋਟੋ ਕਿਉਂ ਖਿੱਚੀ ਜਾਂਦੀ ਆ। ਦੋਸਤੋ, ਪਹਿਲੀ ਗੱਲ, ਫੋਟੋ ਖਿੱਚਣ ਲੱਗਿਆ ਅਸੀਂ ਉਸ ਇਨਸਾਨ ਨੂੰ ਕਹਿੰਦੇ ਆਪਣਾ ਮੂੰਹ ਢੱਕ ਲਾ ਤੂੰ, ਪਰ ਅਸੀਂ ਉਸ ਲੋੜਵੰਦ ਵਿਅਕਤੀ ਤੋਂ ਆਧਾਰ ਕਾਰਡ ਨੰਬਰ ਇਸ ਕਰਕੇ ਲੈਂਦੇ ਹਾਂ ਤਾਂ ਜੋ ਪ੍ਰਸ਼ਾਸਨ ਤੱਕ ਇਹ ਗੱਲ ਜ਼ਰੂਰ ਪਹੁੰਚ ਜਾਵੇ ਕਿ ਇਸ ਵਿਅਕਤੀ ਨੂੰ ਰਾਹਤ ਮਿਲ ਚੁੱਕੀ ਹੈ ਤੇ ਅਗਲੇ 15 ਦਿਨਾਂ ਬਾਅਦ ਦੁਬਾਰਾ ਉਹਨੂੰ ਰਾਹਤ ਦਿੱਤੀ ਜਾਵੇ। ਇਸ ਕੰਮ ਨੂੰ ਸਾਡੀ ਟੀਮ, ਕਿਉਂਕਿ ਬਹੁਤ ਵੱਡੀ ਟੀਮ ਹੈ ਜਲੰਧਰ ਦੇ ਵਿੱਚ, ਸਮੁੱਚੇ ਪੰਜਾਬ ਦੇ ਵਿੱਚ, ਇਸ ਤਰੀਕੇ ਨਾਲ ਲੈ ਕੇ ਚੱਲੇ ਹਾਂ ਕਿ ਕਿਸੇ ਨੂੰ ਵੀ ਕੋਈ ਦਿੱਕਤ ਨਾ ਆਵੇ। ਕੋਈ ਐਸਾ ਬੰਦਾ 3 ਜਾਂ 4 ਵਾਰੀ ਰਾਸ਼ਨ ਨਾ ਲੈ ਜਾਵੇ ਤੇ ਕੋਈ ਐਸਾ ਨਾ ਹੋਵੇ ਜਿਹਨੂੰ ਇੱਕ ਵਾਰੀ ਨਾ ਮਿਲ ਸਕੇ। ਸੋ ਸਾਡੀ ਟੀਮ ਉੱਥੇ ਬੜੇ ਵਧੀਆ ਢੰਗ ਨਾਲ ਕੰਮ ਕਰ ਰਹੀ ਹੈ। ਅਸੀਂ 1 ਜਾਂ 2 ਦਿਨ ਉਸ ਇਲਾਕੇ 'ਚ ਡਿਊਟੀ ਲਗਾਉਂਦੇ ਆਪਣੇ ਮੈਂਬਰ ਦੀ, ਉਹ ਪਤਾ ਕਰਕੇ ਆਉਂਦਾ, ਫਿਰ ਉਸ ਤੋਂ ਬਾਅਦ ਜਿਹੜਾ ਸਹੀ ਹੱਕਦਾਰ ਹੈ ਉਹਦੇ ਤੱਕ ਅਸੀਂ ਇਹ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਜੋਗੀ ਜੀ, ਮੈਨੂੰ ਇਹ ਦੱਸੋ ਵੀ ਤੁਸੀਂ ਜਲੰਧਰ ਵਿੱਚ ਕਿਹੜਾ ਏਰੀਆ ਕਵਰ ਕਰਦੇ ਹੋ? ਸ਼ਹਿਰੀ ਇਲਾਕਾ ਜਾਂ ਪੇਂਡੂ ਇਲਾਕਾ, ਜਾਂ ਹੋਰ ਵੀ ਜਿਹੜੇ ਇਲਾਕੇ ਨੇ ਜਲੰਧਰ ਦੇ, ਜਿੱਦਾਂ ਫਲੋਰ ਵਾਲਾ ਇਲਾਕਾ, ਜਾਂ ਕੁਛ ਉਸ ਤਰ੍ਹਾਂ ਦਾ ਵੀ ਏਰੀਆ ਕਵਰ ਕਰ ਰਹੇ ਹੋ? ਉਹਦੇ ਬਾਰੇ ਥੋੜ੍ਹਾ ਗਿਆਨ ਦਿਓ। ਜਗਦੀਸ਼ ਜੀ, ਅਸੀਂ ਜਦੋਂ ਸ਼ੁਰੂਆਤ ਕੀਤੀ ਸੀਗੀ, ਅਸੀਂ ਉਦੋਂ ਇਹੀ ਸੋਚ ਕੇ ਤੁਰੇ ਸੀ ਕਿ ਜਲੰਧਰ ਸ਼ਹਿਰ ਦੀ ਹਦੂਦ ਔਰ ਨਾਲ ਲੱਗਦੇ ਜਿਹੜੇ ਥੋੜ੍ਹੇ ਬਹੁਤ ਏਰੀਆ, ਉੱਥੋਂ ਤੱਕ ਅਸੀਂ ਇਹ ਮਦਦ ਪਹੁੰਚਾਉਣੀ ਆ, ਔਰ ਉਹਦੇ 'ਚ ਅਸੀਂ ਕਾਫੀ ਹੱਦ ਤੱਕ ਕਾਮਯਾਬ ਹੋਏ ਹਾਂ। ਜਲੰਧਰ ਵਿੱਚ ਹੁਣ ਤੱਕ ਅਸੀਂ ਬਿਨਾਂ ਕਿਸੇ ਭੇਦਭਾਵ ਦੇ ਜਲੰਧਰ ਸ਼ਹਿਰ ਦੀਆਂ 4 ਹਲਕਿਆਂ ਦੇ ਵਿੱਚ ਜਿਹੜੇ ਲੋੜਵੰਦ ਪਰਿਵਾਰ ਸਾਨੂੰ ਨਜ਼ਰ ਆਏ ਆ ਉਹਨਾਂ ਤੱਕ ਅਸੀਂ ਮਦਦ ਪਹੁੰਚਾਈ ਆ, ਚਾਹੇ ਉਹ ਪੰਜਾਬੀ ਆ, ਚਾਹੇ ਪ੍ਰਵਾਸੀ ਮਜ਼ਦੂਰ ਹੈ। ਕਿਉਂਕਿ ਜਦੋਂ ਮਦਦ ਦੀ ਗੱਲ ਆਉਂਦੀ ਹੈ ਸੰਗਤ ਵੱਲੋਂ, ਲੋਕਾਂ ਵੱਲੋਂ, ਉਦੋਂ ਬਿਨਾਂ ਕਿਸੇ ਵਿਤਕਰੇ ਮਦਦ ਪਹੁੰਚਣੀ ਚਾਹੀਦੀ ਹੈ ਜਿਹਦਾ ਹੱਕ ਬਣਦਾ। ਔਰ ਸਾਡੇ ਧਿਆਨ 'ਚ ਇਹ ਵੀ ਆਇਆ ਕਿ ਬਹੁਤ ਸਾਰੇ ਪੰਜਾਬੀ ਪਰਿਵਾਰ ਵੀ ਐਸੇ ਆ ਜਿਹਨਾਂ ਨੂੰ ਮਦਦ ਦੀ ਲੋੜ ਹੈ। ਕਿਉਂਕਿ ਅਸੀਂ ਕਈ ਵਾਰ, ਜਿਵੇਂ ਪਹਿਲਾਂ ਬੇਨਤੀ ਕੀਤੀ, ਪੱਕਾ ਘਰ ਦੇਖ ਲੈਂਦੇ ਹਾਂ, ਪਰ ਉਹ ਪੱਕੇ ਘਰ ਦੇ ਉੱਤੇ ਕਰਜ਼ਾ ਕਿੰਨਾ ਉਸ ਪਰਿਵਾਰ ਦੇ ਉੱਤੇ, ਉਹਨਾਂ ਦੇ ਬੱਚਿਆਂ ਦੀਆਂ ਕੀ ਜ਼ਿੰਮੇਵਾਰੀਆਂ, ਉਹਨੂੰ ਵੀ ਦੇਖ ਲੈਣਾ ਚਾਹੀਦਾ। ਕਿਉਂਕਿ ਆਮ ਤੌਰ 'ਤੇ ਪ੍ਰਵਾਸੀ ਮਜ਼ਦੂਰ ਤਾਂ ਆਪਾਂ ਦੇਖਿਆ ਮੰਗ ਵੀ ਲੈਂਦੇ ਆ ਵੀ ਸਾਨੂੰ ਲੋੜ ਹੈ, ਪਰ ਪੰਜਾਬੀ ਪਰਿਵਾਰ ਆਮ ਤੌਰ 'ਤੇ ਬਹੁਤ ਸਾਰੇ ਉਹ ਮੰਗਣ ਤੋਂ ਵੀ ਗੁਰੇਜ਼ ਕਰਦੇ। ਅੰਦਰਲੀ ਉਹਨਾਂ ਦਾ ਸਵੈ ਮਾਣ, ਉਹਨਾਂ ਦੀ ਅੰਦਰਲੀ ਸੈਲਫ ਰਿਸਪੈਕਟ ਕਿਤੇ ਨਾ ਕਿਤੇ ਉਹਨਾਂ ਨੂੰ ਰੋਕ ਦਿੰਦੀ ਹੈ। ਪਰ ਜਦੋਂ ਸਾਨੂੰ ਲੱਗਦਾ ਕਿ ਇਹ ਪਰਿਵਾਰ ਸਾਡੀ ਮਦਦ ਦੇ ਹੱਕਦਾਰ ਹੈ, ਕਿਉਂਕਿ ਕਈ ਵਾਰੀ ਅਸੀਂ ਦੇਖਿਆ ਵੀ ਪ੍ਰਵਾਸੀ ਮਜ਼ਦੂਰਾਂ ਨੂੰ ਵੰਡ ਰਹੇ ਹਾਂ ਤੇ ਪੰਜਾਬੀ 2-3 ਪਰਿਵਾਰ ਦੂਰ ਖੜੇ, ਜਿਹੜੀਆਂ ਉਹਨਾਂ ਦੀਆਂ ਨਜ਼ਰਾਂ, ਉਹਨਾਂ ਦੀਆਂ ਅੱਖਾਂ ਦੀ ਜਿਹੜੀ ਲਾਚਾਰੀ ਤੇ ਬੇਬਸੀ, ਉਹ ਦੱਸ ਦਿੰਦੀ ਕਿ ਇਹ ਕਿਤੇ ਨਾ ਕਿਤੇ ਚਾਹੁੰਦੇ ਜ਼ਰੂਰ ਹੈ ਪਰ ਮੰਗਣ ਤੋਂ ਝਿਜਕਦੇ ਪਏ ਆ। ਔਰ ਅਸੀਂ ਉਹਨਾਂ ਲੋਕਾਂ ਨੂੰ ਵੀ ਉਹਦੇ ਵਿੱਚ ਲਿਆ ਤੇ ਉਹਨਾਂ ਤੱਕ ਮਦਦ ਅਸੀਂ ਪਹੁੰਚਾਈ ਹੈ। ਤੁਸੀਂ ਗੱਲ ਕੀਤੀ ਪ੍ਰਵਾਸੀ ਮਜ਼ਦੂਰਾਂ ਦੀ, ਜੋ ਕਿ ਯੂਪੀ, ਬਿਹਾਰ ਜਾਂ ਹੋਰ ਬਹੁਤ ਸਾਰੇ ਇਲਾਕਿਆਂ ਤੋਂ ਪੰਜਾਬ ਦੇ ਵਿੱਚ ਹੈਗੇ ਨੇ, ਅਤੇ ਹੁਣ ਰੀਸੈਂਟਲੀ ਮੈਂ ਦੇਖਿਆ ਟੀਵੀ ਦੇ ਚੈਨਲਾਂ 'ਤੇ ਕਿ ਉਹਨਾਂ ਨੇ ਵਾਪਸ ਜਾਣਾ ਸ਼ੁਰੂ ਕਰ ਦਿੱਤਾ ਬਹੁਤ ਸਾਰੇ ਲੋਕਾਂ ਨੇ। ਅਤੇ ਉਹ ਚੀਜ਼ ਕਿਉਂ ਹੋ ਪਾ ਰਹੀ ਹੈ? ਉਹਨਾਂ ਤੱਕ ਰਾਸ਼ਨ ਨਹੀਂ ਪਹੁੰਚ ਪਾ ਰਿਹਾ, ਉਹਨਾਂ ਨੂੰ ਡਰ ਹੈ ਬਿਮਾਰੀ ਦਾ, ਜਾਂ ਮਤਲਬ ਕੀ ਤੁਹਾਨੂੰ ਕੀ ਲੱਗਦਾ, ਤੁਸੀਂ ਇੰਨੇ ਦਿਨ ਤੋਂ ਆਬਜ਼ਰਵ ਕੀ ਕੀਤਾ ਹੈ, ਕੀ ਰੀਜ਼ਨ ਹੋ ਸਕਦਾ ਹੈ? ਦੇਖੋ, ਸਭ ਤੋਂ ਪਹਿਲਾਂ ਪ੍ਰਵਾਸੀ ਮਜ਼ਦੂਰਾਂ ਦਾ ਜਿਹੜਾ ਮਾਈਗ੍ਰੇਸ਼ਨ ਸ਼ੁਰੂ ਹੋਈ ਉਹ ਦਿੱਲੀ ਤੋਂ ਹੋਈ ਹੈ, ਔਰ ਇਹਦੇ ਪਿੱਛੇ ਬਹੁਤ ਸਾਰੇ ਕਾਰਨ ਹੋਣਗੇ। ਆਪਾਂ ਬਹੁਤੀ ਲੰਮੀ ਉਹਦੀ ਚਰਚਾ 'ਚ ਨਹੀਂ ਜਾਂਦੇ, ਪਰ ਪੰਜਾਬ ਦੇ ਵਿੱਚ ਜੋ ਮੈਂ ਮਹਿਸੂਸ ਕਰਦਾ ਕਿ ਪਹਿਲੀ ਗੱਲ, ਲੋਕ ਇੱਕਦਮ ਇੰਨੀ ਛੇਤੀ ਲੋਕਡਾਊਨ ਤੇ ਕਰਫਿਊ ਵਾਸਤੇ ਮਾਨਸਿਕ ਤੌਰ 'ਤੇ, ਆਰਥਿਕ ਤੌਰ 'ਤੇ ਤਿਆਰ ਨਹੀਂ ਸੀਗੇ। ਫੈਕਟਰੀ 'ਚ ਕੰਮ ਕਰਨ ਵਾਲਾ ਮਜ਼ਦੂਰ ਜਿਹਦੀ 8-10 ਹਜ਼ਾਰ ਜਾਂ 12 ਹਜ਼ਾਰ ਜਿਹਦੀ ਸੈਲਰੀ ਹੋਏਗੀ, ਜਿਹੜਾ ਓਵਰ ਟਾਈਮ ਵੀ ਲਾਉਂਦਾ ਹੋਏਗਾ, ਔਰ ਇੱਥੇ ਕੁਆਟਰ ਜਿਹੜਾ 1000, 1200, 1500 ਦਾ ਉਹਦੇ 'ਚ ਰਹਿ ਰਿਹਾ। ਔਰ ਮੈਕਸੀਮਮ ਉਹ ਹੁੰਦਾ ਕੀ ਸੀਗਾ ਕਿ ਜਿੰਨੀ ਉਹਦੀ ਕਮਾਈ ਸੀ ਉਹਦਾ ਬਹੁਤ ਵੱਡਾ ਹਿੱਸਾ ਯੂਪੀ, ਬਿਹਾਰ ਆਪਣੇ ਪਰਿਵਾਰ ਨੂੰ ਭੇਜ ਰਿਹਾ ਸੀਗਾ। ਜਦੋਂ ਇੱਕਦਮ ਲੋਕਡਾਊਨ ਹੋਇਆ, ਕਰਫਿਊ ਹੋਇਆ, ਫੈਕਟਰੀਆਂ ਬੰਦ ਹੋ ਗਈਆਂ, ਸਾਰੇ ਕਾਰੋਬਾਰ, ਸਾਰੇ ਅਦਾਰੇ ਬੰਦ ਹੋ ਗਏ, ਸਾਰੇ ਰੇਹੜੀ ਫੜੀ ਦੇ ਇਹ ਕਿੱਤੇ ਸਾਰੇ ਬੰਦ ਹੋ ਗਏ। ਔਰ ਇਹਨਾਂ ਕਿੱਤਿਆਂ ਨਾਲ ਜੁੜੇ ਲੋਕ, ਚਾਹੇ ਪ੍ਰਵਾਸੀ ਮਜ਼ਦੂਰ ਹੈ ਜਾਂ ਪੰਜਾਬੀ ਹੈ, ਕਿਉਂਕਿ ਉਹਨਾਂ ਲੋਕਾਂ ਦਾ ਸਟੈਮਨਾ ਬਹੁਤਾ ਜ਼ਿਆਦਾ ਨਹੀਂ ਸੀ, ਔਰ ਉਹ ਇੱਕਦਮ ਜਦੋਂ ਉਹਨਾਂ ਦਾ ਇਹ ਸਟੈਮਨਾ ਖਤਮ ਹੋਇਆ ਤਾਂ ਉਦੋਂ ਇਹ ਸਮੱਸਿਆ ਸਾਹਮਣੇ ਆਈ। ਔਰ ਉਹਦੇ ਵਿੱਚੋਂ ਬਹੁਤ ਸਾਰੇ ਮਜ਼ਦੂਰਾਂ ਇਹ ਸੋਚਿਆ ਕਿ ਇੱਥੇ ਕਿਰਾਇਆ ਵੀ ਭਰਾਂਗੇ, ਖਾਣ ਨੂੰ ਨਹੀਂ ਕੁਛ ਮਿਲਣਾ, ਔਰ ਆਉਂਦੇ ਲੰਮਾ ਸਮਾਂ ਪਤਾ ਨਹੀਂ ਕਿੰਨਾ ਚੱਲੇ, ਮਨ 'ਚ ਡਰ ਬੈਠ ਗਿਆ।
ਔਰ ਉਸ ਡਰ ਨੂੰ ਮੁੱਖ ਰੱਖ ਕੇ ਜਦੋਂ ਉਹਨਾਂ ਨੇ ਯੂਪੀ ਜਾਂ ਬਿਹਾਰ ਵੱਲ ਨੂੰ ਚਾਲੇ ਪਾਏ, ਹਾਲਾਂਕਿ ਪੰਜਾਬ ਵਿੱਚੋਂ ਮੇਰਾ ਇਹ ਮੰਨਣਾ ਕਿ ਸ਼ਾਇਦ ਬਹੁਤ ਥੋੜ੍ਹੇ ਗਏ ਹੋਣਗੇ, ਜਦਕਿ ਦੂਜੀਆਂ ਸਟੇਟਾਂ 'ਚੋਂ ਤਾਂ ਲਗਭਗ ਬਹੁਤ ਵੱਡੀ ਗਿਣਤੀ, ਹਜ਼ਾਰਾਂ ਦੀ ਤਾਦਾਦ ਵਿੱਚ। ਪਰ ਪੰਜਾਬ, ਮੈਂ ਸਮਝਦਾ ਕਿ ਪੰਜਾਬ ਐਸੀ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਸੰਦੇਸ਼ ਪੂਰੀ ਦੁਨੀਆ ਨੂੰ ਮਿਲਿਆ। ਅੱਜ ਪੰਜਾਬ ਹੀ ਨਹੀਂ, ਦੁਨੀਆ ਦੇ ਹਰ ਮੁਲਕ ਵਿੱਚ ਜਿੱਥੇ ਵੀ ਪੰਜਾਬੀ ਗਏ ਆ ਉੱਥੇ ਲੰਗਰ ਪ੍ਰਥਾ ਕਾਇਮ ਹੈ, ਔਰ ਬੜੇ ਸ਼ਾਨਾਮੱਤੇ ਇਤਿਹਾਸ ਦੇ ਨਾਲ ਉਹ ਜਿਹੜੀ ਪ੍ਰਥਾ ਚੱਲ ਰਹੀ ਹੈ। ਅੱਜ ਪੰਜਾਬ ਵਿੱਚ ਵੀ ਸਾਡੇ ਲੋਕਾਂ ਨੇ ਉਸ ਪ੍ਰਥਾ ਨੂੰ ਲੈਂਦੇ ਹੋਏ ਸਾਰੇ ਲੋਕਾਂ ਤੱਕ ਇਹ ਪਹੁੰਚਾਈ ਹੈ। ਔਰ ਖਾਸ ਤੌਰ 'ਤੇ ਮੈਂ ਜਲੰਧਰ ਜ਼ਿਲ੍ਹੇ ਦੀ ਗੱਲ ਕਰਾਂ, ਬਹੁਤ ਸਾਰੇ ਐਸੇ ਧਾਰਮਿਕ ਸਥਾਨ ਹੈ, ਗੁਰਦੁਆਰਾ ਕਮੇਟੀਆਂ, ਮੰਦਿਰ ਕਮੇਟੀਆਂ, ਸਾਡੇ ਡੇਰੇ ਹੈ, ਉਹਨਾਂ ਦੇ ਵਿੱਚੋਂ ਰੋਜ਼ ਹਜ਼ਾਰਾਂ ਲੱਖਾਂ ਲੋਕਾਂ ਦਾ ਲੰਗਰ ਤਿਆਰ ਹੋ ਕੇ, ਖਾਸ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਲੱਖਾਂ ਲੋਕਾਂ ਦਾ ਰਾਸ਼ਨ ਤਿਆਰ ਹੋ ਕੇ, ਤਿਆਰ ਖਾਣਾ ਜਿਹੜਾ ਉਹ ਉਹਨਾਂ ਦੇ ਘਰਾਂ ਤੱਕ, ਉਹਨਾਂ ਦੇ ਡੇਰਿਆਂ ਤੱਕ, ਉਹਨਾਂ ਦੇ ਪੱਠਿਆਂ ਤੱਕ, ਉਹਨਾਂ ਦੇ ਕੁਆਟਰਾਂ ਤੱਕ ਪਹੁੰਚ ਰਿਹਾ। ਮੈਂ ਸਮਝਦਾ ਸ਼ਾਇਦ ਹੀ ਪੰਜਾਬ ਤੋਂ ਇਲਾਵਾ ਕੋਈ ਹੋਰ ਐਸਾ ਖਿੱਤਾ ਹੋਵੇ ਦੇਸ਼ ਦਾ ਜਿੱਥੇ ਪ੍ਰਥਾ ਚੱਲ ਰਹੀ ਹੈ। ਔਰ ਅਸੀਂ ਵੀ ਉਸ ਚੀਜ਼ ਨੂੰ ਕੋਸ਼ਿਸ਼ ਕਰਦੇ ਹੋਏ ਪ੍ਰਵਾਸੀ ਮਜ਼ਦੂਰਾਂ ਤੱਕ ਵੀ ਪਹੁੰਚ ਕੀਤੀ ਹੈ ਕਿ ਜਿਹੜੇ ਵਾਕਿਆ ਹੀ ਡਿਜ਼ਰਵ ਕਰਦੇ ਸੀ, ਔਰ ਉਹਨਾਂ ਤੱਕ ਅਸੀਂ ਇਹ ਸੇਵਾ ਲੈ ਕੇ ਗਏ ਹਾਂ। ਜੋ ਵੀ ਲੋਕਾਂ ਨੇ ਸਾਡੇ 'ਤੇ ਵਿਸ਼ਵਾਸ ਪ੍ਰਗਟਾਇਆ, ਅਸੀਂ ਉਸ ਵਿਸ਼ਵਾਸ 'ਤੇ ਖਰੇ ਉਤਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਖਾਸ ਤੌਰ 'ਤੇ ਮੈਂ ਇੱਕ ਬੜੀ ਵੱਖਰੀ ਜਿਹੀ ਗੱਲ ਕਹਿਣੀ ਚਾਹਾਂਗਾ ਕਿ ਇਹ 13 ਦਿਨਾਂ ਵਿੱਚ ਸਾਨੂੰ ਅਲੱਗ-ਅਲੱਗ ਤਰ੍ਹਾਂ ਦੇ ਤਜਰਬੇ ਹੋਏ। ਬਹੁਤ ਸਾਰੇ ਸੱਚਮੁੱਚ ਐਸੇ ਮਜਬੂਰ ਲੋਕ ਦੇਖੇ ਕਿ ਜਿਨ੍ਹਾਂ ਦੇ ਘਰਾਂ ਦੇ ਪੀਪੇ ਦਾ ਆਟਾ ਖਤਮ, ਹਰ ਚੀਜ਼ ਜਿਨ੍ਹਾਂ ਦੇ ਘਰ 'ਚ ਖਤਮ ਹੈ, ਔਰ ਉਹਨਾਂ ਦੀ ਉਸ ਤੋਂ ਪਹਿਲੀ ਰਾਤ ਜਾਂ ਅਗਲਾ ਦਿਨ ਵੀ ਭੁੱਖਣ ਭਾਣੇ ਹੀ ਨਿਕਲਿਆ ਸੀਗਾ। ਇੱਕ ਐਸਾ ਪਰਿਵਾਰ ਜਲੰਧਰ ਦੇ ਰੈਣਕ ਬਾਜ਼ਾਰ ਏਰੀਏ 'ਚ ਦੇਖਿਆ ਮੈਂ ਆਪਣੇ ਸਾਥੀਆਂ ਨਾਲ ਜਦੋਂ ਗਿਆ ਵਾਂ, ਉਹਨਾਂ ਤੱਕ ਮਦਦ ਲੈ ਕੇ। ਗੁਰਸਿੱਖ ਪਰਿਵਾਰ ਸੀਗਾ, ਔਰ ਉੱਥੇ ਉਸ ਜਿਹੜੀ ਬੀਬੀ ਦਾ ਜਿਹੜਾ ਪਤੀ ਉੱਥੇ ਨਹੀਂ ਰਹਿੰਦਾ, ਕਿਤੇ ਚਲਾ ਗਿਆ, ਮਾਨਸਿਕ ਪਰੇਸ਼ਾਨੀ ਦੀ ਹਾਲਤ ਵਿੱਚ ਕਾਫੀ ਸਮੇਂ ਤੋਂ। ਉਹਦੇ 2 ਬੱਚੇ ਆ, ਬੇਟੇ, ਦੋਨੋਂ ਹੀ ਮਾਨਸਿਕ ਤੌਰ 'ਤੇ ਪੂਰੀ ਤਰ੍ਹਾਂ ਤੰਦਰੁਸਤ ਨਹੀਂ। ਔਰ ਬਿਲਕੁਲ ਸਾਡੇ ਸਾਹਮਣੇ ਹੀ ਉਸ ਔਰਤ ਦਾ, ਜਿਹੜੀ ਇੱਕ ਗੁਰਸਿੱਖ ਪਰਿਵਾਰ ਹੈ, ਉਸ ਬੀਬੀ ਦਾ ਜਿਹੜਾ ਬੇਟਾ ਹੱਥ ਵਿੱਚ 4 ਰੋਟੀਆਂ ਫੜੀਆਂ ਹੋਈਆਂ, ਅਤੇ ਉਹਨਾਂ ਰੋਟੀਆਂ ਦੇ ਵਿੱਚ ਹੀ ਸਬਜ਼ੀ ਜਦੋਂ ਲੈ ਕੇ ਆਇਆ, ਅਤੇ ਉਹ ਜਿਹੜਾ ਦ੍ਰਿਸ਼ ਸੀਗਾ, ਇੱਕ ਮੈਂ ਸਮਝਦਾ ਕਿਸੇ ਵੀ ਇਨਸਾਨ ਦੇ ਰੌਂਗਟੇ ਖੜੇ ਹੋਣ, ਲੂਹ ਕੰਡੇ ਖੜੇ ਹੋ ਜਾਣ ਦੇਖ ਕੇ ਮਨ ਭਰ ਆਇਆ ਕਿ ਇਹ ਇਹੋ ਜਿਹੇ ਪਰਿਵਾਰ ਹੈ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ, ਨਾ ਕਿ ਉਹ ਪਰਿਵਾਰ ਜਿਹੜੇ 10-10 ਵਾਰੀ ਰਾਸ਼ਨ ਲੈ ਕੇ ਸਟੋਰ ਕਰ ਰਹੇ ਆ, ਵੇਚ ਰਹੇ ਆ। ਔਰ ਉਸ ਪਰਿਵਾਰ ਨੂੰ ਜਿੱਥੇ ਅਸੀਂ ਤਿਲ ਫੁੱਲ ਆਪਣੀ ਮਦਦ ਦਿੱਤੀ, ਉੱਥੇ ਅੱਗੋਂ ਵਾਸਤੇ ਭਰੋਸਾ ਦਵਾਇਆ ਕਿ ਇਕੱਲੀ ਇਹ ਕਰੋਨਾ ਮਹਾਮਾਰੀ ਕਰਕੇ ਨਹੀਂ, ਰਹਿੰਦੀ ਜ਼ਿੰਦਗੀ ਤੱਕ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਅਸੀਂ ਕੰਮ ਆ ਸਕੀਏ। ਔਰ ਇਸ ਤੋਂ ਵੀ ਮੰਦਭਾਗੀ ਗੱਲ, ਤੁਸੀਂ ਹੈਰਾਨ ਹੋਵੋਗੇ, ਉਸ ਬੀਬੀ ਦੇ ਘਰ ਦੇ ਉੱਤੇ ਵੀ ਕਿਰਾਏਦਾਰਾਂ ਨੇ ਕਬਜ਼ਾ ਕੀਤਾ ਹੋਇਆ, ਔਰ ਉਹ ਆਪ ਬਿਲਕੁਲ ਮੰਦੇ ਹਾਲਾਤਾਂ 'ਚ, ਜਿੱਥੇ ਸਲਾਬੇ ਵਾਲਾ ਥਾਂ ਥੱਲੇ ਰਹਿ ਰਹੀ ਆ, ਬਾਕੀ ਘਰ 'ਤੇ ਕਿਰਾਏਦਾਰਾਂ ਦਾ ਕਬਜ਼ਾ ਹੋ ਚੁੱਕਾ ਹੋਇਆ। ਇਹ ਹਾਲਾਤ ਹੈ। ਇਹ ਰੈਣਕ ਬਾਜ਼ਾਰ ਦੇ ਇੱਕ ਕਲੋਨੀ 'ਚ ਸਾਡੇ ਦੋਸਤ ਸਾਨੂੰ ਲੈ ਕੇ ਉੱਥੇ ਗਏ ਸੀਗੇ। ਔਰ ਨਾਲ ਦੀ ਨਾਲ ਕੁਛ ਇੱਕ ਹੋਰ ਵੀ ਦ੍ਰਿਸ਼ ਦੇਖੇ ਆ। ਯੂਪੀ ਦੇ ਦਾ ਇੱਕ ਮਜ਼ਦੂਰ ਪੰਜਾਬ ਐਵੀਨਿਊ ਅਰਬਨ ਸਟੇਟ ਫੇਸ 2 ਦੇ ਲਾਗੇ ਇੱਕ ਕੁਆਟਰ 'ਚ ਰਹਿ ਰਿਹਾ, ਸੁਨਸਾਨ ਜਗ੍ਹਾ 'ਤੇ ਇੱਕੋ ਇੱਕ ਕੁਆਟਰ ਦੁਕਾਨਾਂ ਦੇ ਪਿੱਛੇ ਬਣਿਆ, 6x8 ਦਾ ਕਮਰਾ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਉਹਦਾ। ਉਹ ਬੰਦੇ ਦੀ ਇੱਕ ਲੱਤ ਨਹੀਂ ਹੈ, ਅਤੇ ਯੂਪੀ 'ਚ ਰਹਿੰਦਾ ਜਿਹੜਾ ਮਹੋਬਾ ਜ਼ਿਲ੍ਹੇ ਦਾ ਪਰਿਵਾਰ, ਉਹਨੂੰ ਇਸ ਕਰਕੇ ਨਹੀਂ ਰੱਖ ਰਿਹਾ ਕਿਉਂਕਿ ਉੱਥੇ ਕੱਟੀ ਲੱਤ ਕਰਕੇ ਉਹ ਕੋਈ ਕੰਮ ਨਹੀਂ ਕਰ ਸਕਦਾ, ਉਹਨਾਂ ਨੂੰ ਬੋਝ ਲੱਗਦਾ। ਹਾਲਾਂਕਿ ਉਹਦੇ ਬੱਚੇ ਵੀ ਆ, ਪਰਿਵਾਰ ਵੀ ਆ, ਉਹਦੀ ਵਾਈਫ ਵੀ ਉੱਥੇ ਆ। ਔਰ ਉਹਨੂੰ ਜਦੋਂ ਮੈਂ ਪੁੱਛਿਆ ਵੀ ਤੁਸੀਂ ਇੱਥੇ ਕਿੱਦਾਂ ਆਪਣਾ ਜੀਵਨ ਬਸਰ ਕਰਦੇ ਹੋ, ਕਹਿੰਦਾ ਵੀ ਮੈਂ ਇੱਥੇ ਰੂੜੀ ਕੁੱਟਣ ਦਾ ਕੰਮ ਮਿਲ ਜਾਂਦਾ, ਮੈਂ ਬੈਠ ਕੇ ਰੂੜੀ ਕੁੱਟ ਲੈਂਦਾ। ਨਕਲੀ ਉਹਦੀ ਲੱਤ ਲੱਗੀ ਹੋਈ ਹੈ। ਸੋ ਪਹਿਲੇ ਦਿਨ ਤੋਂ ਉਹਨੂੰ ਸਵੇਰ, ਦੁਪਹਿਰ ਅਤੇ ਰਾਤ ਦਾ ਟਿਫਨ ਜਾ ਰਿਹਾ ਸੀ। ਉਸ ਦਿਨ ਜਦੋਂ ਅਸੀਂ ਉਹਦੇ ਘਰ ਜਾ ਕੇ, ਉਹਦੇ ਕੁਆਟਰ 'ਚ ਜਾ ਕੇ ਦੇਖਿਆ, ਛੋਟਾ ਜਿਹਾ ਸਿਲੰਡਰ ਜਿਹੜਾ ਚੁੱਲ੍ਹਾ ਉੱਪਰ ਲੱਗਾ ਹੁੰਦਾ, ਅਸੀਂ ਉੱਦਣ ਉਹਨੂੰ ਰਾਸ਼ਨ ਵੀ ਦੇ ਕੇ ਆਏ ਹਾਂ ਕਿ ਜਿੰਨਾ ਚਿਰ ਸਾਡੇ ਕੋਲ ਹੋ ਸਕੇਗਾ ਤੂੰ ਆਪਣੀ ਰੋਟੀ ਆਪ ਬਣਾ। ਔਰ ਇਸ ਸਮੱਸਿਆ ਤੋਂ ਬਾਅਦ ਸਾਡੀ ਕੋਸ਼ਿਸ਼ ਹੈ ਕਿ ਉਹਨੂੰ ਕਿਸੇ ਚੰਗੇ ਜਿਹੜਾ ਬਿਰਧ ਆਸ਼ਰਮ ਹੈ ਉੱਥੇ ਅਸੀਂ ਲੈ ਜਾਈਏ, ਘੱਟੋ ਘੱਟ ਉਹਦੀ ਜ਼ਿੰਦਗੀ ਦੇ ਬਾਕੀ ਰਹਿੰਦਾ ਸਮਾਂ ਕੋਈ ਚੰਗਾ ਬੀਤ ਸਕੇ। ਇੱਕ ਹੋਰ ਇੱਦਾਂ ਦੀ ਘਟਨਾ ਸਾਡੇ ਸਾਹਮਣੇ ਜਿਹੜੀ ਆਈ, ਵਡਾਲਾ ਚੌਂਕ ਦੇ ਲਾਗੇ ਇੱਕ ਸੁਦਾਮਾ ਵਿਹਾਰ ਇਲਾਕਾ, ਔਰ ਜਗਦੀਸ਼ ਜੀ ਉਸ ਇਲਾਕੇ ਵਿੱਚ ਬਹੁਤ ਸਾਰੇ ਭਈਆਂ ਦੇ ਵਿਹੜੇ ਬਣੇ ਹੋਏ ਆ, ਕੁਆਟਰ ਬਣੇ ਆ, 8-8 10-10 20-20 ਕੁਆਟਰ ਬਣੇ ਆ। ਔਰ ਇੱਕ ਇੱਦਾਂ ਹੀ ਸਾਨੂੰ ਵਿਹੜੇ 'ਚ ਜਾਣ ਦਾ ਮੌਕਾ ਮਿਲਿਆ, ਔਰ ਉਸ ਵਿਹੜੇ ਵਿੱਚ ਬਹੁਤ ਸਾਰੇ ਲੋੜਵੰਦ ਲੋਕ ਸੀ, ਕਿਉਂਕਿ ਸਾਡਾ ਇੱਕ ਮੈਂਬਰ ਉੱਥੇ ਰਹਿੰਦਾ ਸੀ। ਉਹਨੇ ਦੱਸਿਆ ਵੀ ਇਹ ਪਿਛਲੇ ਕੁਝ ਦਿਨਾਂ ਤੋਂ ਪਰਿਵਾਰ ਬੜੇ ਪਰੇਸ਼ਾਨ ਹੈ, ਇਹਨਾਂ ਦੇ ਕੋਲ ਇਹਨਾਂ ਦਾ ਰਾਸ਼ਨ ਬਿਲਕੁਲ ਖਤਮ ਹੋ ਚੁੱਕਾ। ਅਸੀਂ ਜਥੇਬੰਦੀ ਵੱਲੋਂ ਤਿਲ ਫੁੱਲ ਉਪਰਾਲਾ ਕੀਤਾ, ਕੋਈ ਰਾਸ਼ਨ ਉਹਨਾਂ ਕੋਲ ਲੈ ਕੇ ਗਏ ਹਾਂ, ਸਬਜ਼ੀਆਂ, ਦਾਲਾਂ, ਆਟਾ, ਚਾਵਲ, ਜੋ ਵੀ ਅਸੀਂ ਕਰ ਸਕਦੇ ਸਾਂ ਉਹ ਲੈ ਕੇ ਗਏ ਹਾਂ, ਅਤੇ ਸਾਰਿਆਂ ਨੂੰ ਅਸੀਂ ਆਪਣੀ ਹੈਸੀਅਤ ਅਨੁਸਾਰ ਵੰਡ ਦਿੱਤਾ। ਅਤੇ ਇੱਕ ਐਸਾ ਪਰਿਵਾਰ ਸੀ
ਦੋ ਭਰਾ ਸੀਗੇ, ਇੱਕ ਭਰਾ ਹੈਂਡੀਕੈਪਡ ਹੈ, ਵੱਡੇ ਭਰਾ ਦਾ ਨਾਂ ਲਾਲ ਜੀ ਅਤੇ ਛੋਟੇ ਦਾ ਨਾਂ ਰਾਮ ਜੀ। ਅਤੇ ਰਾਮ ਜੀ ਨੂੰ ਅਸੀਂ ਜਦੋਂ ਰਾਸ਼ਨ ਦੇਣ ਦੀ ਗੱਲ ਕੀਤੀ ਤਾਂ ਉਹਦਾ ਵੱਡਾ ਭਰਾ ਲਾਲ ਜੀ ਕਹਿੰਦਾ ਕਿ ਵੀ ਮੇਰੇ ਭਰਾ ਨੂੰ ਰਾਸ਼ਨ ਅਜੇ ਨਾ ਦਿਓ, ਮੈਂ ਆਪਣੇ ਭਰਾ ਨੂੰ ਆਪ ਸਾਂਭ ਰਿਹਾ ਵਾਂ, ਜਦੋਂ ਲੋੜ ਹੋਏਗੀ ਮੈਂ ਲੈ ਲਵਾਂਗਾ। ਔਰ ਮੈਂ ਸਪੈਸ਼ਲੀ ਉਸ ਇਨਸਾਨ ਨੂੰ, ਲਾਲ ਜੀ ਅਤੇ ਰਾਮ ਜੀ ਨੂੰ, ਲਾਈਵ ਮੀਡੀਆ 'ਤੇ ਲੋਕਾਂ ਦੇ ਸਾਹਮਣੇ ਲੈ ਕੇ ਆਇਆ ਕਿ ਉਹਨਾਂ ਲੋਕਾਂ ਵਾਸਤੇ ਇੱਕ ਸੁਨੇਹਾ, ਚਾਹੇ ਉਹ ਪੰਜਾਬੀ ਹੈ, ਚਾਹੇ ਪ੍ਰਵਾਸੀ ਹੈ, ਜਾਂ ਕਿਸੇ ਵੀ ਵਰਗ ਨਾਲ ਸੰਬੰਧ ਰੱਖਦੇ ਆ, ਜਿਹੜੇ ਸੰਪੰਨ ਹੋਣ ਦੇ ਬਾਵਜੂਦ ਬਿਨਾਂ ਲੋੜ, ਬਿਨਾਂ ਜ਼ਰੂਰਤ ਹਰ ਸੰਸਥਾ ਤੋਂ ਰਾਸ਼ਨ ਲੈ ਰਹੇ ਆ, ਉਹਨਾਂ ਵਾਸਤੇ ਇੱਕ ਸੁਨੇਹਾ ਕਿ ਇੱਕ ਪ੍ਰਵਾਸੀ ਮਜ਼ਦੂਰ ਇੱਕ ਮਜ਼ਦੂਰੀ ਦਾ ਕੰਮ ਕਰਦਾ ਅਤੇ ਇੱਕ ਮਾਲੀ ਦਾ ਕੰਮ ਕਰਦਾ। ਔਰ ਉਹਨਾਂ ਦੋਨਾਂ ਭਰਾਵਾਂ ਨੇ ਕਿਹਾ ਵੀ ਸਾਨੂੰ ਰਾਸ਼ਨ ਦੀ ਅਜੇ ਲੋੜ ਨਹੀਂ, ਔਰ ਉਹਨਾਂ ਨੇ ਲਾਈਵ ਹੋ ਕੇ ਸੰਦੇਸ਼ ਵੀ ਦਿੱਤਾ ਲੋਕਾਂ ਨੂੰ ਕਿ ਜਿਹਨੂੰ ਲੋੜ ਸਿਰਫ ਉਹੀ ਲਵੇ ਰਾਸ਼ਨ। ਸੋ ਬਹੁਤ ਸਾਰੇ ਤਜਰਬੇ ਇੱਦਾਂ ਦੇ ਹੋਏ ਆ, ਔਰ ਉਹਨਾਂ ਤਜਰਬਿਆਂ 'ਚੋਂ ਮੈਂ ਦੇਖਿਆ ਵੀ ਇਹੋ ਜਿਹੇ ਜਦੋਂ ਹਾਲਾਤ ਆਉਂਦੇ ਨਾ, ਹੰਗਾਮੀ ਹਾਲਾਤ, ਬਹੁਤ ਸਾਰੇ ਮਾੜੇ ਅਨਸਰ ਵੀ ਪੈਦਾ ਹੋ ਜਾਂਦੇ ਆ, ਜਿਨ੍ਹਾਂ ਵਾਸਤੇ ਕਾਰੋਬਾਰ ਹੈ, ਧੰਦਾ ਬਣਿਆ, ਬਿਜ਼ਨਸ ਬਣਿਆ, ਅਤੇ ਬਹੁਤ ਸਾਰੇ ਚੰਗੇ ਇਨਸਾਨ ਵੀ ਆ ਜਿਹੜੇ ਬਹੁਤ ਘੁੱਪ ਹਨੇਰੇ 'ਚ ਇੱਕ ਦੀਵੇ ਦਾ ਕੰਮ ਕਰਦੇ ਆ, ਜਿਹਨੂੰ ਦੇਖ ਕੇ ਪਤਾ ਲੱਗਦਾ ਕਿ ਆਸ ਅਜੇ ਮੁੱਕੀ ਨਹੀਂ, ਕਿਤੇ ਨਾ ਕਿਤੇ ਆਪਾਂ ਇਹਨਾਂ ਮੁਸੀਬਤਾਂ ਨੂੰ ਪਾਰ ਕਰ ਲਵਾਂਗੇ ਅਤੇ ਦੁਬਾਰਾ ਉਸੇ ਤਰ੍ਹਾਂ ਪੂਰੀ ਦੁਨੀਆ ਦੀਆਂ ਰੌਣਕਾਂ ਹੋਣਗੀਆਂ, ਲੋਕ ਉਸੇ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਨਗੇ। ਜੋਗੀ ਜੀ, ਤੁਸੀਂ ਵਿੱਚ ਗੱਲ ਕੀਤੀ ਸੀਗੀ ਬਈ ਪੰਜਾਬ ਦੇ ਵਿੱਚ ਸੇਵਾ ਭਾਵਨਾ ਦੀ ਜਿਹੜੀ ਸੇਵਾ ਭਾਵਨਾ ਬਹੁਤ ਹੈ ਲੋਕਾਂ ਦੇ ਵਿੱਚ, ਅਤੇ ਉਸੇ ਚੀਜ਼ ਨੂੰ ਮੱਦੇਨਜ਼ਰ ਰੱਖਦਿਆਂ ਬਹੁਤ ਸਾਰੀ ਸੰਸਥਾਵਾਂ ਨੇ ਅਲੱਗ-ਅਲੱਗ ਤਰ੍ਹਾਂ ਦੇ ਉਪਰਾਲੇ ਵੀ ਕੀਤੇ ਨੇ, ਪਰ ਤੁਸੀਂ ਦੱਸਿਆ ਬਹੁਤ ਸਾਰੇ ਲੋਕ ਨਾਲ ਦੇ ਨਾਲ ਹੀ ਰਾਸ਼ਨ ਕਿਸੇ ਇੱਕ ਤੋਂ ਜਾਂ ਦੂਸਰੇ ਤੋਂ ਇਕੱਠਾ ਕਰਕੇ ਆਪਣੇ ਕੋਲ ਰੱਖੀ ਜਾਂਦੇ ਨੇ, ਅਤੇ ਉਹਨਾਂ ਦੇ ਉੱਪਰ ਕਿਸ ਤਰ੍ਹਾਂ ਦੇ ਐਕਸ਼ਨ ਤੁਹਾਡੇ ਵੱਲੋਂ, ਜਾਂ ਜੇ ਤੁਸੀਂ ਕਿਸੇ ਨੂੰ ਲੱਭਿਆ ਜਿਨ੍ਹਾਂ ਨੇ ਇੱਦਾਂ ਰਾਸ਼ਨ ਇਕੱਠਾ ਕੀਤਾ ਹੈ, ਕਿਸੇ ਗਰੀਬ ਬੰਦੇ ਦਾ, ਲੋੜਵੰਦ ਦਾ ਹੱਕ ਮਾਰਿਆ, ਉਹਦੇ ਵਿੱਚ ਤੁਸੀਂ ਕੁਛ ਇਸ ਤਰ੍ਹਾਂ ਦਾ ਕੋਈ ਉਪਰਾਲਾ ਕੀਤਾ ਵੀ ਜਿੱਥੇ ਤੱਕ ਕਿ ਜਾਂ ਤਾਂ ਪੁਲਿਸ ਨੂੰ ਪਤਾ ਲੱਗੇ ਜਾਂ ਕੁਛ ਹੋਰ ਕੋਈ ਵੀ ਤੁਸੀਂ ਉੱਥੇ ਸਟੈਪ ਚੱਕਿਆ ਹੋਵੇ, ਉਸ ਬਾਰੇ ਜ਼ਰੂਰ ਦੱਸੋ। ਦੇਖੋ, ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਸ ਵੀ ਪਰਿਵਾਰ ਤੱਕ ਅਸੀਂ ਛੋਟੀ ਮੋਟੀ ਸੇਵਾ ਲੈ ਕੇ ਜਾਂਦੇ ਹਾਂ, ਉੱਥੇ ਉਹਦੀ ਫੋਟੋ ਜਾਂ ਲਾਈਵ ਵੀਡੀਓ ਦਾ ਮਕਸਦ ਕੋਈ ਸ਼ੋਹਰਤ ਲੈਣਾ ਨਹੀਂ ਹੁੰਦਾ ਕਿ ਅਸੀਂ ਕੋਈ 'ਚੋਂ ਪ੍ਰਸਿੱਧੀ ਲੈ ਰਹੇ ਹਾਂ, ਕੋਈ ਨਾਮਣਾ ਖੱਟ ਰਹੇ ਹਾਂ। ਸਿਰਫ ਕੋਸ਼ਿਸ਼ ਇਹ ਹੁੰਦੀ ਹੈ ਕਿ ਪਹਿਲੀ ਗੱਲ, ਕੋਈ ਵੀ ਹੋਰ ਸੰਸਥਾ ਜਿਹੜੀ ਕੰਮ ਕਰਨਾ ਚਾਹੁੰਦੀ ਆ ਉਹਨੂੰ ਸੇਧ ਮਿਲੇ, ਕੋਈ ਵੀ ਉਹ ਇਨਸਾਨ ਜਿਹੜੇ ਘਰਾਂ 'ਚ ਬੈਠੇ ਆ ਉਹ ਵੀ ਕਿਤੇ ਨਾ ਕਿਤੇ ਮਦਦ ਕਰਨ ਲਈ ਅੱਗੇ ਆਉਣ, ਕਿਉਂਕਿ ਲਾਈਵ ਹੋਣ ਦੇ ਪਿੱਛੇ ਸਾਡਾ ਇੱਕ ਮਕਸਦ ਇਹ ਜ਼ਰੂਰ ਹੁੰਦਾ ਕਿ ਜਿਹੜੇ ਲੋਕ ਘਰਾਂ 'ਚ ਬੈਠੇ ਟਾਈਮ ਤਾਂ ਨਹੀਂ ਦੇ ਸਕਦੇ ਜਾਂ ਇਸ ਹਾਲਾਤ ਵਿੱਚ ਬਿਮਾਰੀ ਤੋਂ ਡਰਦੇ ਬਾਹਰ ਨਹੀਂ ਆਉਣਾ ਚਾਹੁੰਦੇ, ਪਰ ਉਹ ਘਰ ਬੈਠੇ ਇਹ ਜ਼ਰੂਰ ਕਹਿੰਦੇ ਆ ਕਿ ਸਾਡੀ ਮਦਦ ਪ੍ਰਵਾਨ ਕਰੋ, ਅਸੀਂ ਜੇ ਟਾਈਮ ਨਹੀਂ ਦੇ ਸਕਦੇ ਅਸੀਂ ਮਾਲੀ ਤੌਰ 'ਤੇ ਇਮਦਾਦ ਕਰ ਸਕਦੇ ਹਾਂ, ਅਤੇ ਤੁਸੀਂ ਆਪਣੇ ਮੁਤਾਬਕ ਲੋੜਵੰਦਾਂ ਤੱਕ ਸਾਡੀ ਸੇਵਾ ਲੈ ਕੇ ਜਾਓ। ਅਤੇ ਦੂਸਰੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਕਿ ਲੋਕ ਮਿਸਯੂਜ਼ ਵੀ ਕਰ ਰਹੇ ਆ, ਜਲੰਧਰ 'ਚ ਖੁਦ ਪੁਲਿਸ ਨੇ ਐਸੇ ਬਹੁਤ ਸਾਰੇ ਪਰਿਵਾਰ ਫੜੇ ਆ। ਕਈ 4 ਦਿਨ ਪਹਿਲਾਂ ਦੀ ਘਟਨਾ, ਡਿਪਟੀ ਕਮਿਸ਼ਨਰ ਸਾਹਿਬ ਨੂੰ ਇੱਕ ਸਿੱਧਾ ਫੋਨ ਆਇਆ ਕਿ ਮੈਂ ਆਪਣੇ ਘਰ ਵਿੱਚ ਬੜੇ ਮੰਦੇ ਹਾਲਾਤਾਂ 'ਚ, ਮੈਂ 2 ਦਿਨ ਤੋਂ ਰੋਟੀ ਨਹੀਂ ਖਾਧੀ, ਪਰਿਵਾਰ ਮੇਰਾ ਭੁੱਖਾ ਮਰਦਾ ਪਿਆ, ਅਤੇ DC ਸਾਹਿਬ ਨੇ SHO ਸਾਹਿਬ ਕਿਸੇ ਦੀ ਡਿਊਟੀ ਲਾਈ ਵੀ ਜਾ ਕੇ ਪਤਾ ਕਰੋ। ਔਰ ਹੈਰਾਨ ਹੋਵੋਗੇ ਤੁਸੀਂ ਕਿ ਉਹ ਪਰਿਵਾਰ ਦੇ ਘਰ ਪਹਿਲਾਂ ਹੀ ਘੱਟੋ ਘੱਟ 1 ਮਹੀਨੇ ਦਾ ਰਾਸ਼ਨ ਜਿਹੜਾ ਪਿਆ ਸੀਗਾ। ਔਰ ਇੱਦਾਂ ਹੀ ਬਸਤੀ ਬਾਵਾ ਖੇਲ ਵਾਲੇ ਪਾਸੇ ਵੀ ਇੱਕ ਪੁਲਿਸ ਅਫਸਰ, ਉਹਨਾਂ ਨੇ ਜਦੋਂ ਮਦਦ ਦੇਣ ਗਏ ਆ ਉੱਥੇ ਜਾ ਕੇ ਦੇਖਿਆ ਉਹਦੇ ਘਰਾਂ ਵਿੱਚ 2-2, 3-3 ਮਹੀਨੇ ਦਾ ਰਾਸ਼ਨ ਪਹਿਲਾਂ ਸਟਾਕ ਪਿਆ। ਮੈਂ ਸਮਝਦਾ ਇਹੋ ਜਿਹੇ ਲੋਕਾਂ ਨੂੰ ਕੁਛ ਰੱਬ ਦਾ ਡਰ ਰੱਖਣਾ ਚਾਹੀਦਾ, ਕਿਉਂਕਿ ਜੇ ਅਸੀਂ ਬਿਨਾਂ ਹੱਕ ਰਾਸ਼ਨ ਲੈ ਰਹੇ ਹਾਂ, ਮਦਦ ਲੈ ਰਹੇ ਹਾਂ, ਅਤੇ ਸਮਝੋ ਅਸੀਂ ਉਸ ਗਰੀਬ ਪਰਿਵਾਰ ਦੇ ਭੁੱਖੇ ਬੱਚੇ ਦਾ ਹੱਕ ਖੋ ਰਹੇ ਹਾਂ, ਜਿਹਨੂੰ ਅੱਜ ਲੋੜ ਹੈ, ਜਿਹਦੇ ਛੋਟੇ ਛੋਟੇ ਬੱਚੇ ਆ, ਭੁੱਖੇ ਮਰ ਰਹੇ ਆ, ਵਿਲਕ ਰਹੇ ਆ, ਉਹਨਾਂ ਬੱਚਿਆਂ ਤੱਕ ਆਪਾਂ ਜੇ ਮਦਦ ਪਹੁੰਚਾਈਏ, ਤਾਂ ਮੇਰਾ ਹੀ ਮੰਨਣਾ ਕਿ ਪੰਜਾਬ ਦੇ ਵਿੱਚ ਰਾਸ਼ਨ ਦੀ, ਰਾਹਤ ਦੀ, ਲੰਗਰ ਦੀ, ਅਨਾਜ ਦੀ ਕੋਈ ਕਮੀ ਨਹੀਂ। ਪੰਜਾਬ ਜਿਹੜਾ ਪੂਰੇ ਦੇਸ਼ ਦਾ ਢਿੱਡ ਭਰਦਾ, ਇੱਥੇ ਰਹਿੰਦੇ ਲੋਕਾਂ ਦਾ ਤਾਂ ਕਰ ਹੀ ਸਕਦਾ, ਪਰ ਸਮੱਸਿਆ ਉੱਥੇ ਆ ਰਹੀ ਹੈ ਜਦੋਂ ਲੋਕ ਗਲਤ ਤਰੀਕੇ ਅਪਣਾਉਂਦੇ ਆ, ਬਾਰ-ਬਾਰ ਰਾਸ਼ਨ ਲੈ ਕੇ ਜਮ੍ਹਾਂ ਕਰਦੇ ਆ ਜਾਂ ਵੇਚਣ ਦੀ ਕੋਸ਼ਿਸ਼ ਕਰਦੇ ਆ। ਕਿਉਂਕਿ ਮੇਰਾ ਇਹ ਮੰਨਣਾ ਕਿ ਰਾਜਨੀਤਿਕ ਪਾਰਟੀਆਂ ਨੇ ਲੋਕਾਂ ਦੀ ਮਾਨਸਿਕਤਾ ਨੂੰ ਅਪਾਹਜ ਬਣਾ ਦਿੱਤਾ, ਪੰਗੂ ਬਣਾ ਦਿੱਤਾ। ਮੈਂ ਕਈ ਵਾਰ ਸੁਣਦਾ ਹੁੰਦਾ ਕਿ YouTube ਦੇ ਉੱਤੇ ਕਿ ਇੱਕ ਆਮ ਇਨਸਾਨ ਨੂੰ 2x2.5 ਦੇ ਪਿੰਜਰੇ 'ਚ ਕੈਦ ਕਰ ਦਿਓ ਮਹੀਨੇ 2 ਮਹੀਨੇ ਵਾਸਤੇ, ਉਹ ਨਾ ਫਿਜ਼ੀਕਲੀ ਨਹੀਂ ਇਕੱਲਾ ਕੁਬੜਾ ਹੋ ਜਾਂਦਾ, ਉਹਦੀ ਸੋਚ ਵੀ ਕੁਬੜੀ ਹੋ ਚੁੱਕੀ ਹੈ। ਸੋ ਅੱਜ ਉਹ ਹਾਲਾਤ ਬਣ ਚੁੱਕੇ ਹੈ ਕਿ ਲੋਕਾਂ ਨੂੰ ਆਦਤ ਪੈ ਗਈ ਹੈ, ਉਹ ਇਸ ਔਖੀ ਘੜੀ ਵੀ ਜਿਹੜੇ ਰਾਸ਼ਨ ਜਾਂ ਰਾਹਤ ਸਮੱਗਰੀ ਹੈ ਉਹਨੂੰ ਸਿਆਸਤ ਦੀ ਰਾਸ਼ਨ ਨਾਲ ਜੋੜਦੇ ਆ। ਕਿਉਂਕਿ ਜਿਵੇਂ ਇਲੈਕਸ਼ਨਾਂ ਵਿੱਚ ਰਾਸ਼ਨ ਆਉਂਦਾ, ਉਹ ਸੋਚਦੇ ਆ ਕਿ ਇਹ ਇਲੈਕਸ਼ਨ ਦਾ ਰਾਸ਼ਨ ਹੈ, ਸਾਰੇ ਵੰਡ ਲਓ, ਵੀ ਵਗਦੀ ਗੰਗਾ 'ਚ ਹੱਥ ਧੋ ਲਓ। ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਸਮੁੱਚੇ ਲੋਕਾਂ ਨੂੰ, ਸਮੁੱਚੀ ਲੋਕਾਈ ਨੂੰ, ਇਹ ਰਾਸ਼ਨ ਉਹਨਾਂ ਲੋਕਾਂ ਵਾਸਤੇ ਆ
ਚਾਹੇ ਕਿਸੇ ਵੀ ਵਰਗ ਦੇ ਹੋਣ, ਜਿਹਨੂੰ ਅੱਜ ਲੋੜ ਹੈ, ਜਿਹਦੇ ਘਰ ਦਾਣੇ ਨਹੀਂ, ਜਿਹਦੇ ਘਰ ਆਟਾ ਨਹੀਂ, ਜਿਹਨੂੰ ਉਧਾਰ ਨਹੀਂ ਮਿਲ ਸਕਦਾ, ਜਿਹਦੇ ਕੋਲ ਪੈਸੇ ਨਹੀਂ, ਜਿਹਦੀ ਜੇਬ ਖਾਲੀ ਆ, ਜਿਹਦਾ ਕੋਈ ਆਸਰਾ ਨਹੀਂ, ਜਿਹਨੂੰ ਗੁਆਂਢੀ ਵੀ ਨਹੀਂ ਦੇ ਰਿਹਾ, ਜਾਂ ਗੁਆਂਢੀ ਦੇਖ ਕੇ ਉਹਦੀ ਲਿਮਟ ਖਤਮ ਹੋ ਚੁੱਕੀ ਹੈ, ਉਹਦੇ ਤੱਕ ਹੀ ਪਹੁੰਚਿਆ ਜਾਵੇ, ਸਾਡੀ ਇਹ ਸੋਚ ਹੈ। ਜੋਗੀ ਜੀ, ਕਿਸੇ ਵੀ ਸੰਸਥਾ ਨੂੰ ਚਲਾਉਣ ਦੇ ਲਈ ਫੰਡਸ ਦੀ ਆਵਸ਼ਕਤਾ ਪੈਂਦੀ ਹੈ, ਅਤੇ ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ ਵੀ ਤੁਹਾਡਾ ਸੋਰਸ ਕਿੱਥੋਂ ਹੈ? ਤੁਹਾਡਾ ਸਰਕਾਰ ਤੋਂ ਤੁਹਾਨੂੰ ਕੋਈ ਸਹੂਲਤ ਮਿਲਦੀ ਹੈ ਜਾਂ ਤੁਸੀਂ ਲੋਕਾਂ ਤੋਂ ਹੀ ਸਿਰਫ ਚੰਦਾ? ਜਗਜੀਤ ਜੀ, ਜਦੋਂ ਅਸੀਂ ਇਹ ਸੰਸਥਾ ਬਣਾਈ ਹੈ 1999 ਦੇ ਵਿੱਚ, ਅਸੀਂ ਉਸੇ ਦਿਨ ਹੀ ਫੈਸਲਾ ਕਰ ਲਿਆ ਸੀ ਕਿ ਅਸੀਂ ਜੋ ਵੀ ਪ੍ਰੋਜੈਕਟ ਕਰਾਂਗੇ ਆਪਣੇ ਦੋਸਤਾਂ ਮਿੱਤਰਾਂ, ਆਪਣੀ ਜਥੇਬੰਦੀ ਦੇ ਮੈਂਬਰਾਂ ਦੀ ਹੈਲਪ ਦੇ ਨਾਲ। ਔਰ ਮੈਨੂੰ ਮਾਣ ਹੈ, ਫਖਰ ਇਸ ਗੱਲ ਦਾ ਕਿ 21 ਸਾਲਾਂ 'ਚ ਅੱਜ ਤੱਕ ਸਰਕਾਰ ਦੇ ਅੱਗੇ ਕਦੀ ਹੱਥ ਨਹੀਂ ਅੱਡਿਆ, ਨਾ ਸਰਕਾਰ ਦੇ ਘਰੋਂ ਕੋਈ ਪੰਜੀ ਇੱਕ ਲਈ ਆ। ਸਾਡੇ ਦੋਸਤ ਮਿੱਤਰ ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਰਹਿੰਦੇ ਆ, ਉਹ ਜਥੇਬੰਦੀ ਦੀ ਮਦਦ ਕਰਦੇ। ਪੰਜਾਬ ਹੀ ਨਹੀਂ, ਤਕਰੀਬਨ 17 ਮੁਲਕਾਂ 'ਚ ਸਾਡੇ ਨਾਲ ਜੁੜੇ ਹੋਏ ਲੋਕ, ਸਾਡੀ ਜਥੇਬੰਦੀ ਨਾਲ ਜੁੜੇ ਹੋਏ ਲੋਕ ਕੰਮ ਕਰ ਰਹੇ ਆ, ਔਰ ਅਸੀਂ ਆਪਸ ਵਿੱਚ ਰਲ ਮਿਲ ਕੇ ਇਹ ਪ੍ਰੋਜੈਕਟ ਕਰਦੇ ਹਾਂ। ਔਰ ਇਹ ਵੀ ਜਿਹੜਾ ਮਿਸ਼ਨ ਪਿਛਲੇ 13 ਦਿਨ ਤੋਂ ਲਗਾਤਾਰ ਚਲਾ ਰਹੇ ਹਾਂ। ਸਾਡੇ ਦੋਸਤ ਮਿੱਤਰ ਚਾਹੇ ਜਲੰਧਰ 'ਚ ਰਹਿੰਦੇ ਆ, ਪੰਜਾਬ 'ਚ ਕਿਤੇ ਵੀ ਰਹਿੰਦੇ ਆ, ਅਸੀਂ ਆਪਸ ਵਿੱਚ ਆਪਣੀ ਕਿਰਤ ਕਮਾਈ ਦੇ ਵਿੱਚੋਂ ਇਹ ਸਾਰੇ ਉਪਰਾਲੇ ਕਰ ਰਹੇ ਹਾਂ ਜੀ। ਇਨਸਾਨਾਂ ਤੱਕ ਤਾਂ ਹਰ ਕੋਈ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ, ਚਾਹੇ ਉਹ ਧਾਰਮਿਕ ਸੰਸਥਾਨ ਨੇ ਜਾਂ ਜਥੇਬੰਦੀਆਂ ਨੇ, ਸਮਾਜਿਕ ਸੇਵਾ, ਪਰ ਜਿਹੜੇ ਬੇਜ਼ੁਬਾਨ ਜਾਨਵਰ ਨੇ ਉਹਨਾਂ ਤੱਕ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਤੁਸੀਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ? ਕੋਈ ਉਪਰਾਲਾ ਕੀਤਾ ਹੈ ਤੁਸੀਂ? ਦੇਖੋ, ਜਿੱਥੋਂ ਤੱਕ ਮਨੁੱਖਤਾ ਦੀ ਗੱਲ ਹੈ, ਅਸੀਂ ਕੋਸ਼ਿਸ਼ ਕੀਤੀ ਔਰ ਕਰ ਵੀ ਰਹੇ ਹਾਂ। ਨਾਲ ਦੀ ਨਾਲ ਪਿਛਲੇ ਕੁਝ ਦਿਨਾਂ ਤੋਂ ਅਸੀਂ ਇੱਕ ਅਲੱਗ ਤਰ੍ਹਾਂ ਦਾ ਪ੍ਰੋਜੈਕਟ ਸ਼ੁਰੂ ਕੀਤਾ ਕਿ ਜਿਹੜੇ ਗਲੀਆਂ 'ਚ ਘੁੰਮ ਰਹੇ ਅਵਾਰਾ, ਜਿਨ੍ਹਾਂ ਨੂੰ ਆਪਾਂ ਅਵਾਰਾ ਕੁੱਤੇ ਕਹਿ ਲੈਂਦੇ ਹਾਂ, ਜਾਂ ਉਸ ਕੁਦਰਤ ਦੀ ਬਣਾਈ ਕਾਇਨਾਤ ਦੇ, ਇਹ ਵੀ ਇੱਕ ਜੀਵ ਹੈ, ਪੰਛੀ ਹੈ, ਜਾਨਵਰ ਹੈ, ਅਸੀਂ ਉਹਨਾਂ ਦੇ ਵਾਸਤੇ ਕੋਸ਼ਿਸ਼ ਕੀਤੀ ਹੈ। ਕੱਲ੍ਹ 100 ਦੇ ਕਰੀਬ ਅਸੀਂ ਜਿਹੜੇ ਮਿੱਟੀ ਦੇ ਜਿਹੜੇ ਭਾਂਡੇ, ਉਹ ਸ਼ਹਿਰ ਦੇ ਵੱਖ-ਵੱਖ ਚੌਂਕਾਂ ਵਿੱਚ, ਗਲੀਆਂ ਦੇ ਮੋੜਾਂ 'ਤੇ ਰੱਖ ਕੇ ਆਏ ਹਾਂ, ਔਰ ਲੋਕਾਂ ਨੂੰ ਇਹ ਬੇਨਤੀ ਕੀਤੀ ਹੈ ਵੀ ਘਰੋਂ ਇੱਕ ਅੱਧੀ ਰੋਟੀ ਜਾਂ ਬ੍ਰੈਡ ਦੇ 2 ਟੁਕੜੇ ਜਾਂ ਥੋੜ੍ਹਾ ਬਹੁਤਾ ਦੁੱਧ ਜਾਂ ਪਾਣੀ ਜ਼ਰੂਰ ਪਾਉਂਦੇ ਰਹੋ, ਔਰ ਉਹਨਾਂ ਭਾਂਡਿਆਂ ਨੂੰ ਕਿਤੇ ਲੈ ਨਾ ਜਾਇਓ ਚੁੱਕ ਕੇ, ਉਹਨਾਂ ਨੂੰ ਤੋੜ ਨਾ ਦਿਓ, ਉਹ ਇਹਨਾਂ ਰੂਹਾਂ ਦੇ ਵਾਸਤੇ ਆ। ਔਰ ਆਉਂਦੇ ਦਿਨਾਂ 'ਚ ਵੀ ਕੋਸ਼ਿਸ਼ ਕਰਾਂਗੇ ਕਿ ਅਸੀਂ ਸ਼ਹਿਰ ਵਿੱਚ ਹਰ ਥਾਂ ਨੂੰ ਰੱਖ ਸਕੀਏ। ਔਰ ਲੋਕਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਇੱਕ 40-50 ਰੁਪਏ ਦਾ ਮਿੱਟੀ ਦਾ ਭਾਂਡਾ ਆਉਂਦਾ, ਇਹਨੂੰ ਆਪਣੇ ਘਰ ਦੇ ਬਾਹਰ ਪਾਣੀ ਪਾ ਦਿਓ, ਜਾਂ ਕੋਈ ਪਾਈਆ ਦੁੱਧ ਪਾ ਦਿਓ, ਜਾਂ ਕੁਛ ਵੀ ਐਸੀ ਚੀਜ਼ ਪਾ ਦਿਓ ਇਹਨਾਂ ਜਾਨਵਰਾਂ ਦੇ ਵਾਸਤੇ, ਕਿਉਂਕਿ ਇਹ ਜਿਹੜੇ ਬੇਜ਼ੁਬਾਨ ਹੈ, ਇਹਨਾਂ ਨੂੰ ਨਹੀਂ ਪਤਾ ਲੋਕਡਾਊਨ ਕੀ ਹੁੰਦਾ, ਇਹਨਾਂ ਨੂੰ ਨਹੀਂ ਪਤਾ ਕਰਫਿਊ ਕੀ ਹੁੰਦਾ, ਇਹਨਾਂ ਨੂੰ ਨਹੀਂ ਪਤਾ ਕਿ ਬਾਜ਼ਾਰ ਬੰਦ ਹੈ। ਇਹ ਪਰੇਸ਼ਾਨ ਵੀ ਹੈ, ਹੈਰਾਨ ਵੀ ਹੈ ਕਿ ਇਹ ਮਨੁੱਖਤਾ ਨੂੰ ਹੋਇਆ ਕੀ ਹੈ। ਔਰ ਇਹ ਕੁਦਰਤ ਦੇ ਅਜਬ ਵਰਤਾਰੇ ਤੋਂ ਇਹ ਅੰਦਰੋਂ ਅੰਦਰ ਬੜੇ ਪਰੇਸ਼ਾਨ ਹੈ, ਬੋਲ ਕੇ ਦੱਸ ਨਹੀਂ ਸਕਦੇ। ਅਤੇ ਇਹਨਾਂ ਦਾ ਤਾਂ ਕੋਈ ਬੈਂਕ ਖਾਤਾ ਵੀ ਨਹੀਂ, ਇਹਨਾਂ ਦਾ ਕੋਈ ਡਾਕਟਰ ਨਹੀਂ, ਇਹਨਾਂ ਦਾ ਕੋਈ ਹਸਪਤਾਲ ਨਹੀਂ, ਇਹਨਾਂ ਨੇ ਮੰਗ ਕੇ ਲੈਣਾ ਵੀ ਕਿਹਦੇ ਕੋਲੋਂ ਹੈ। ਸੋ ਸਾਡਾ ਹੀ ਫਰਜ਼ ਬਣਦਾ ਕਿ ਕੁਦਰਤ ਨੇ ਜਿਹੜੇ ਸਾਨੂੰ ਦੋਸਤ ਦਿੱਤੇ ਆ, ਇਹ ਜੀਵ ਦਿੱਤੇ ਆ, ਇਹ ਪੰਛੀ ਦਿੱਤੇ ਆ, ਇਹਨਾਂ ਨੂੰ ਬਚਾਉਣ ਲਈ ਆਪਾਂ ਕੋਈ ਉਪਰਾਲੇ ਕਰੀਏ। ਆਪਣੀ ਘਰ ਦੀ ਛੱਤ ਉੱਤੇ ਜਿਵੇਂ ਹਰ ਗਰਮੀਆਂ 'ਚ ਲੋਕ ਕਰਦੇ ਆ, ਪਰ ਹੁਣ ਤੇ ਉਹ ਸਮਾਂ ਆ ਗਿਆ ਕਿ ਫੌਰੀ ਤੌਰ 'ਤੇ ਕੋਸ਼ਿਸ਼ ਕਰਨੀ ਪੈਣੀ ਆ, ਕਿਉਂਕਿ ਕਿਤੇ ਵੀ ਜਦੋਂ ਇਹ ਜਾਨਵਰ ਮਰਨੇ ਸ਼ੁਰੂ ਹੋ ਗਏ, ਇੱਕ ਨਵੀਂ ਸਮੱਸਿਆ ਖੜੀ ਹੋ ਜਾਣੀ ਹੈ। ਸੋ ਇਹਨਾਂ ਦਾ ਵੀ ਉਹਨਾਂ ਧਿਆਨ ਕਰੀਏ, ਇਹ ਵੀ ਸਾਡੇ ਪਰਿਵਾਰ ਦਾ ਹਿੱਸਾ, ਸਾਡੀ ਮਨੁੱਖਤਾ ਦਾ ਹਿੱਸਾ, ਇਹਨਾਂ ਵਾਸਤੇ ਅਸੀਂ ਉਪਰਾਲੇ ਕਰ ਰਹੇ ਹਾਂ ਥੋੜ੍ਹੇ ਬਹੁਤ ਜੀ। ਮਨੁੱਖਤਾ ਨੂੰ ਇਹ ਹੋਇਆ ਕੀ ਹੈ? ਭਲਾ ਸੁੱਖ ਤਾਂ ਹੈ। ਮੈਂ ਸਮਝਦਾ ਵੀ ਤੁਹਾਡਾ ਜਿਹੜਾ ਇਹ ਉਪਰਾਲਾ ਹੈ ਵੱਖ-ਵੱਖ ਤੌਰ 'ਤੇ, ਜੋ ਕਿ ਤੁਸੀਂ ਇਨਸਾਨਾਂ ਲਈ ਤਾਂ ਕਰ ਹੀ ਰਹੇ ਹੋ, ਮਜ਼ਦੂਰਾਂ ਲਈ ਜਾਂ ਲੋੜਵੰਦਾਂ ਲਈ, ਨਾਲ ਦੇ ਨਾਲ ਤੁਸੀਂ ਬੇਜ਼ੁਬਾਨ ਜਾਨਵਰਾਂ ਲਈ ਵੀ ਕਰ ਰਹੇ ਹੋ, ਉਹ ਬਹੁਤ ਹੀ ਸ਼ਲਾਘਾ ਦਾ ਯੋਗ ਹੈਗਾ। ਅਤੇ ਜੋਗਿੰਦਰ ਸਿੰਘ ਜੋਗੀ ਜੀ, ਜੋ ਕਿ ਫਾਊਂਡਰ ਪ੍ਰੈਜ਼ੀਡੈਂਟ ਨੇ ਪੰਜਾਬ ਯੂਥ ਆਰਗੇਨਾਈਜੇਸ਼ਨ ਦੇ, ਉਹਨਾਂ ਦੇ ਇਹਨਾਂ ਯਤਨਾਂ ਨੂੰ ਹੋਰ ਅੱਗੇ ਚਾਲੂ ਰੱਖਣ ਲਈ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ, ਜਿਹੜੇ ਵੱਖ-ਵੱਖ ਦੇਸ਼ਾਂ ਦੇ ਵਿੱਚ ਅਤੇ ਵੱਖ-ਵੱਖ ਏਰੀਏ ਦੇ ਵਿੱਚ ਬੈਠੇ ਨੇ, ਉਹਨਾਂ ਨੂੰ ਤੁਸੀਂ ਇੱਕ ਅਪੀਲ ਜ਼ਰੂਰ ਕਰੋ ਕਿ ਉਹ ਕਿਸ ਤਰ੍ਹਾਂ ਆਪਣਾ ਯੋਗਦਾਨ ਤੁਹਾਡੀ ਸੰਸਥਾ ਦੇ ਨਾਲ ਦੇ ਸਕਦੇ ਨੇ। ਮੈਂ ਜਗਦੀਸ਼ ਜੀ ਇੱਕ ਲਾਈਨ ਵਿੱਚ ਜ਼ਰੂਰ ਬੇਨਤੀ ਕਰਾਂਗਾ ਕਿ ਭੂਖ तहज़ीब के अदबो अदाब भुला देती है, भूख तहज़ीब के अदबो अदाब भुला देती है। भुख ऐसी चीज़ है जिस इंसान ने देखी है उन्होंने ही पता भुख की चीज़ है। जिन्हों कभी भी एक ਜਾਂ 2 ਟਾਈਮ ਭੁੱਖੇ ਰਹਿਣਾ ਪਿਆ ਹੋਵੇ, ਚਾਹੇ ਦੇਸ਼ਾਂ ਜਾਂ ਪ੍ਰਦੇਸ਼ਾਂ ਦੇ ਵਿੱਚ, ਕਿਸੇ ਵੀ ਮਜਬੂਰੀ ਕਰਕੇ, ਚਾਹੇ ਉਹ ਅੱਜ ਕਿਸੇ ਵੀ ਮੰਜ਼ਿਲ ਤੇ ਬੈਠਾ, ਉਹਨੂੰ ਪਤਾ ਹੁੰਦਾ ਭੁੱਖ ਕੀ ਚੀਜ਼ ਹੈ, ਗਰੀਬੀ ਗੁਰਬਤ ਕੀ ਚੀਜ਼ ਹੈ, ਮਜਬੂਰੀ ਕੀ ਚੀਜ਼ ਹੈ। ਔਰ ਹੁਣ ਤੇ ਹਾਲਾਤ ਉਹ ਹੈ ਕਿ ਹੱਥ ਵੀ ਅੱਡਿਆਂ, ਕਿਹਦੇ ਅੱਗੇ ਅੱਡੇ, ਸਭ ਦੇ ਘਰਾਂ ਨੂੰ ਜਿੰਦੇ ਕੁੰਡੇ ਲੱਗੇ ਆ, ਸਾਰੇ ਆਪਣੇ ਆਪੋ ਆਪਣੇ ਪਿੰਜਰਿਆਂ 'ਚ ਕੈਦ ਹੈ। ਹੁਣ ਤਾਂ ਜਿਹੜੇ ਮੰਗਣ ਵਾਲੇ ਆ ਉਹਨਾਂ ਦੇ ਹਾਲਾਤ ਵੀ ਬਦਤਰ ਹੋ ਚੁੱਕੇ ਆ, ਮੰਗੇ ਤੇ ਮੰਗੇ ਵੀ ਕਿਹਦੇ ਕੋਲੋਂ। ਸੋ ਮੈਂ ਇਹੀ ਬੇਨਤੀ ਕਰਾਂਗਾ ਦੇਸ਼ਾਂ ਪ੍ਰਦੇਸ਼ਾਂ 'ਚ ਵਸਦੇ ਸਾਰੇ ਉਹਨਾਂ ਸਤਿਕਾਰਯੋਗ ਆਪਣੇ ਦੋਸਤਾਂ ਮਿੱਤਰਾਂ, ਆਪਣੇ ਪਰਿਵਾਰਾਂ ਤੋਂ,
ਕਿ ਜ਼ਿਆਦਾ ਨਹੀਂ ਤੇ ਆਪਣੇ ਪਿੰਡ ਦੇ, ਆਪਣੇ ਸ਼ਹਿਰ ਦੇ, ਆਪਣੀ ਗਲੀ ਮੁਹੱਲੇ ਦੇ ਕਿਸੇ ਇੱਕ ਪਰਿਵਾਰ ਨੂੰ 1 ਮਹੀਨੇ ਲਈ ਅਡਾਪਟ ਕਰ ਲਓ। ਔਰ ਇੱਥੇ ਰਹਿੰਦੇ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ, ਜੇ ਅੱਜ ਪਰਿਵਾਰ ਦੇ 5 ਮੈਂਬਰ ਹੈ ਤਾਂ ਸਮਝੋ 2 ਮੈਂਬਰ ਹੋਰ ਵੱਧ ਗਏ। 2 ਮੈਂਬਰ 2 ਮਹੀਨੇ ਲਈ ਸਾਡੇ ਘਰੇ ਆ ਗਏ ਤੇ ਆਪਾਂ ਦੋ ਬੰਦਿਆਂ ਦੇ ਆਪਾਂ ਕਿਸੇ ਵੀ ਤਰ੍ਹਾਂ ਆਪਾਂ ਖਾਣੇ ਦਾ ਪ੍ਰਬੰਧ ਕਰ ਦਈਏ। ਇਹ ਜਿਹੜਾ 15 ਦਿਨ ਜਾਂ ਆਉਣ ਵਾਲਾ ਮਹੀਨਾ 2 ਮਹੀਨੇ ਦਾ ਔਖਾ ਸਮਾਂ ਲੰਘ ਜਾਣਾ, ਪਰ ਉਦੋਂ ਯਾਦਾਂ ਰਹਿ ਜਾਣੀਆਂ, ਇਹ ਸਮੇਂ ਗੁਜ਼ਰ ਜਾਣੇ ਆ। ਇਸ ਤੋਂ ਪਹਿਲਾਂ ਵੀ ਸਦੀਆਂ ਪਹਿਲਾਂ ਪਲੇਗ ਵਰਗੀਆਂ ਮਹਾਮਾਰੀਆਂ ਆਈਆਂ ਤੇ ਲੱਖਾਂ ਕਰੋੜਾਂ ਲੋਕ ਮਾਰੇ ਗਏ ਆ। ਇਹਦੇ ਵਿੱਚ ਵੀ ਜੋ ਹਾਲਾਤ ਅਜੇ ਬਣੇ ਹੋਏ ਆ ਕਿ ਰੋਜ਼ ਹਜ਼ਾਰਾਂ ਮੌਤਾਂ ਹੋ ਰਹੀਆਂ, ਔਰ ਜੋ ਅਮਰੀਕਾ, ਕੈਨੇਡਾ, ਬਾਹਰਲੇ ਮੁਲਕਾਂ ਦੇ ਹਾਲਾਤ ਬੜੇ ਮੰਦੇ ਹਾਲਾਤ ਬਣੇ ਆ। ਔਰ ਮੈਂ ਸਮਝਦਾ ਸ਼ਾਇਦ ਕਿਸੇ ਨਾ ਕਿਸੇ ਪੱਖੋਂ ਭਾਰਤ ਦੇ ਲੋਕਾਂ 'ਤੇ ਉਸ ਪਰਮੇਸ਼ਵਰ ਦੀ ਬੜੀ ਕਿਰਪਾ, ਜਿਨ੍ਹਾਂ ਨੇ ਤਪ ਤਪੱਸਿਆ ਹਜ਼ਾਰਾਂ ਸਾਲ ਇਸ ਧਰਤੀ 'ਤੇ ਕੀਤੀ ਹੈ, ਕਿ ਅਜੇ ਵੀ ਬਹੁਤ ਸਾਰਾ ਇੱਥੇ ਕੰਟਰੋਲ ਹੈ ਔਰ ਲੋਕਾਂ ਦੇ ਵਿੱਚ ਵੀ ਦਾਨ ਪੁੰਨ ਦੀ ਜਿਹੜੀ ਇੱਛਾ ਹੈਗੀ ਆ। ਸੋ ਉਹਨਾਂ ਲੋਕਾਂ ਨੂੰ ਸਾਂਭੀਏ ਅੱਜ ਜਿਨ੍ਹਾਂ ਲੋਕਾਂ ਦੇ ਘਰੇ ਚੁੱਲ੍ਹੇ ਨਹੀਂ ਬਲਦੇ ਪਏ। ਨਹੀਂ ਤਾਂ ਕਈ ਵਾਰੀ ਕਈ ਚੰਗੇ ਲੋਕ ਡਰਦੇ ਆ, ਮੰਗਣ ਤੋਂ ਵੀ ਸ਼ਰਮ ਵੀ ਮੰਨਦੇ ਆ। ਅੱਜ ਉਹ ਅੰਦਰ ਘੁੱਟ-ਘੁੱਟ ਕੇ ਮਰ ਰਹੇ ਆ, ਪਰ ਮੰਗਣ ਤੋਂ ਫਿਰ ਵੀ ਸੋਚਦੇ ਆ। ਸੋ ਆਪਾਂ ਕੋਸ਼ਿਸ਼ ਕਰ ਲਈਏ ਕਿ ਆਪਣੇ ਪਿੰਡ ਦੇ, ਆਪਣੇ ਸ਼ਹਿਰ ਦੇ, ਆਪਣੇ ਗਲੀ ਮੁਹੱਲੇ ਦੇ ਕਿਸੇ ਇੱਕ ਪਰਿਵਾਰ ਦਾ 1 ਮਹੀਨੇ ਦਾ ਰਾਸ਼ਨ ਦਾ ਪ੍ਰਬੰਧ ਕਰਦੀ, ਉਹਦਾ ਟਾਈਮ ਲੰਘ ਜਾਏਗਾ। ਸੋ ਅਸੀਂ ਆਪਣੇ ਵੱਲੋਂ ਵੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਤੁਹਾਡਾ 1-2 ਰੁਪਏ ਦਾ ਵੀ ਯੋਗਦਾਨ, ਜਾਂ ਕੋਈ ਤੁਹਾਡੇ 10 ਕਿਲੋ 5 ਕਿਲੋ ਆਟੇ ਦਾ ਯੋਗਦਾਨ ਵੀ ਅਸੀਂ ਸਹੀ ਹੱਥਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ, ਪੂਰੀ ਪਾਰਦਰਸ਼ਤਾ ਦੇ ਨਾਲ, ਪੂਰੇ ਸਹੀ ਤਰੀਕੇ ਨਾਲ ਉਹਨਾਂ ਲੋੜਵੰਦ ਲੋਕਾਂ ਤੱਕ ਜਿਨ੍ਹਾਂ ਨੂੰ ਅੱਜ ਜ਼ਰੂਰਤ ਹੈ। ਸੋ ਆਓ ਮਨੁੱਖਤਾ ਦੀ ਬਾਂਹ ਫੜੀਏ, ਉਹਨਾਂ ਦੁੱਖਾਂ ਦਰਦਾਂ ਨੂੰ ਵੰਡਾਉਣ ਦੀ ਕੋਸ਼ਿਸ਼ ਕਰੀਏ, ਔਰ ਮੈਂ ਸਮਝਦਾ ਮਨੁੱਖ ਹੋਣ ਦਾ ਸਬੂਤ ਦਈਏ। ਮਨੁੱਖ ਉਹੀ ਹੁੰਦਾ ਜਿਹੜਾ ਕਿਸੇ ਦੇ ਦੁੱਖ ਨੂੰ ਦੁੱਖ ਸਮਝੇ। ਅੱਜ ਉਹਨਾਂ ਲੋਕਾਂ ਦੇ ਘੜੀ ਆਈ ਹੈ, ਖਾਸ ਤੌਰ 'ਤੇ ਪ੍ਰਦੇਸ਼ਾਂ 'ਚ ਬੈਠੇ ਮੇਰੇ ਵੀਰ, ਮੇਰੀਆਂ ਭੈਣਾਂ, ਜਿਹੜੇ ਬਹੁਤ ਸੰਘਰਸ਼ਾਂ ਦੇ ਵਿੱਚੋਂ ਅੱਜ ਉੱਥੇ ਸਥਾਪਿਤ ਹੋਏ ਆ, ਜਿਨ੍ਹਾਂ ਬੜੇ ਮੰਦੜੇ ਹਾਲਾਤ ਦੇਖੇ ਆ, ਜਿਨ੍ਹਾਂ ਨੇ $1-1 ਦੇ ਉੱਤੇ ਵੀ ਕੰਮ ਕੀਤਾ ਹੋਏਗਾ। ਅੱਜ ਉਹ ਲੋਕ ਇਸ ਸਮਰੱਥ ਹੋਏ ਆ ਕਿ ਆਪਣੇ ਪਿੰਡਾਂ ਸ਼ਹਿਰਾਂ 'ਚ ਉਹਨਾਂ ਪਰਿਵਾਰਾਂ ਦੀ ਮਦਦ ਕਰ ਸਕਦੇ। ਆਓ ਅੱਜ ਉਹਨਾਂ ਦੀ ਬਾਂਹ ਫੜੀਏ ਤੇ ਪੰਜਾਬ ਦੇ ਵਿੱਚੋਂ ਕਿਸੇ ਨੂੰ ਭੁੱਖਾ ਨਾ ਮਰਨ ਦਈਏ, ਕਿਉਂਕਿ ਉਹ ਨਾ ਹੋਵੇ ਕਰੋਨਾ ਤੋਂ ਤੇ ਬਚ ਜਾਈਏ, ਪਰ ਭੁੱਖ ਦੇ ਖੁਣੋਂ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਵਾ ਦਈਏ। ਮੈਂ ਸਮਝਦਾ ਸਾਡੇ ਪੰਜਾਬੀਆਂ ਵਾਸਤੇ ਇਹ ਬੜੀ ਵੱਡੀ ਸ਼ਰਮਨਾਕ ਗੱਲ ਹੋਏਗੀ, ਕਿਉਂਕਿ ਪੰਜਾਬ ਦੀ ਧਰਤੀ ਐਸੀ ਹੈ ਜਿਹਨੇ ਪੂਰੀ ਦੁਨੀਆ ਨੂੰ ਸੰਦੇਸ਼ ਦਿੱਤਾ ਲੰਗਰ ਪ੍ਰਥਾ ਦਾ, ਕਿਰਤ ਕਰਨ ਦਾ, ਨਾਮ ਜਪਣ ਦਾ, ਵੰਡ ਛਕਣ ਦਾ। ਸੋ ਆਹ ਜਿਹੜਾ ਸਮਾਂ ਵਾਕਈ ਹੀ ਵੰਡ ਛਕਣ ਦਾ, ਆਓ ਵੰਡ ਕੇ ਛਕੀਏ ਤੇ ਸਾਰੇ ਲੋਕਾਂ ਦੇ ਦੁੱਖਾਂ ਦਰਦਾਂ ਨੂੰ ਮਿਟਾਈਏ। ਘੱਟੋ ਘੱਟ ਰੋਟੀ ਤੋਂ ਬਿਨਾਂ ਕੋਈ ਭੁੱਖਾ ਨਾ ਰਹਿ ਜਾਵੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸਮਝਦਾ ਤੁਹਾਡੀ ਜਿਹੜੀ ਅਪੀਲ ਹੈ ਉਹ ਸਾਡੇ ਦਰਸ਼ਕਾਂ ਤੱਕ ਜ਼ਰੂਰ ਪਹੁੰਚੀ ਹੋਵੇਗੀ ਅਤੇ ਉਹ ਬਹੁਤ ਅੱਗੇ ਵੱਧ ਕੇ ਇਸ ਉਪਰਾਲੇ ਨੂੰ ਜ਼ਰੂਰ ਅੱਗੇ ਜਾਰੀ ਰੱਖਣਗੇ ਅਤੇ ਅਡੋਪਟ ਕਰਨ ਦੀ ਤੁਸੀਂ ਗੱਲ ਕੀਤੀ ਹੈ ਅਤੇ ਜ਼ਰੂਰ ਉਹਨਾਂ ਦੇ ਮਨਾਂ ਵਿੱਚ ਜੇ ਗੱਲ ਆਏਗੀ ਤਾਂ ਜ਼ਰੂਰ ਉਹ ਅਡੋਪਟ ਵੀ ਕਰਨਗੇ। ਅਤੇ ਮੈਂ ਜੋਗਿੰਦਰ ਸਿੰਘ ਜੋਗੀ ਜੀ ਦਾ, ਜੋ ਕਿ ਫਾਊਂਡਰ ਪ੍ਰੈਜ਼ੀਡੈਂਟ ਨੇ ਪੰਜਾਬ ਯੂਥ ਆਰਗੇਨਾਈਜੇਸ਼ਨ ਦੇ, ਉਹਨਾਂ ਦਾ ਅੱਜ ਸਾਡੇ ਪ੍ਰੋਗਰਾਮ ਵਿਚਾਰ ਚਰਚਾ ਦੇ ਵਿੱਚ ਆਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਦਾ ਖੁਸ਼ਾਮਦੀਦ ਕਹਿੰਦਾ। ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ। ਜੈ ਭੀਮ, ਜੈ ਭਾਰਤ ਜੀ।